ਅੱਜ ਬੈਂਕ ਆਫ ਕੈਨੇਡਾ ਨੇ ਫੇਰ ਆਪਣਾ ਇੰਟਰਸਟ ਰੇਟ ਵਧਾ ਦਿੱਤਾ। 9 ਮਹੀਨਿਆਂ ਵਿੱਚ 7ਵੀਂ ਵਾਰ ਇਹ ਵਾਧਾ ਹੋਇਆ ਜੀ। ਰੀਅਲ estate ਦੇ ਉੱਤੇ ਇਸ ਦਾ ਕੀ ਅਸਰ ਪੈ ਸਕਦਾ ਜੀ? ਫਰਕ ਹੈ ਫਸਟ ਟਾਈਮ ਹੋਮ ਬਾਇਰ ਨੂੰ, ਫਰਕ ਹੈ ਰੈਂਟ ਤੇ ਰਹਿਣ ਵਾਲੇ ਨੂੰ, ਫਰਕ ਹੈ ਜਿਹਨੇ ਪਹਿਲਾ ਘਰ ਖਰੀਦਿਆ ਸੀ ਹਜੇ ਸਾਲ 2 ਸਾਲ ਪਹਿਲਾਂ, ਅੱਜ ਉਹਨੂੰ ਚਿੱਠੀ ਆ ਜਾਂਦੀ ਹਰ ਮਹੀਨੇ ਮੇਲ ਦੇ ਵਿੱਚ ਕਿ ਹੋਰ $200 ਔਰ 200 ਨਹੀਂ, ਹੁਣ ਤੇ ਆਲਮੋਸਟ $1000 ਦਾ ਡਿਫਰੈਂਸ ਪੈ ਚੁੱਕਿਆ। ਇਹ ਸਵਾਲ ਮੇਰੇ ਕਲਾਇੰਟ ਨੇ ਮੈਨੂੰ ਪੁੱਛਿਆ ਸੀ ਕਿ ਮੇਰੇ ਤਾਂ ਸਟ੍ਰੈਸ ਟੈਸਟ ਤੋਂ ਵੀ ਉੱਪਰ ਚਲੇ ਗਿਆ ਮੇਰਾ ਰੇਟ। ਆਪਣੀ ਜੇਬ ਚੋਂ ਤਾਂ ਪੇਮੈਂਟ ਜਾਣੀ ਹੈ ਨਾ, ਸੋ ਆਲ ਇਟ ਕੈਲਕੂਲੇਟਸ ਇਜ਼ ਦਾ ਪੇਮੈਂਟ। ਸੋ ਬੈਂਕ ਇੰਟਰਸਟ ਰੇਟ ਅੱਜ ਵੱਧ ਗਿਆ ਹੈ ਜੀ। ਤੇ ਜਿਵੇਂ ਕਿ ਮੈਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪ ਜੀ ਨੂੰ ਬੇਨਤੀ ਕੀਤੀ ਸੀ, ਅੱਜ ਸਾਡੇ ਨਾਲ ਮਹਿਮਾਨ ਸ਼ਾਮਲ ਹੋ ਰਹੇ ਨੇ। GS ਮਾਨ ਜੀ ਮੌਰਗੇਜ ਐਕਸਪਰਟ ਨੇ। ਅੱਜ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਬੈਂਕ ਵਿਆਜ ਦਰਾਂ ਹੁਣ ਵੱਧ ਗਈਆਂ ਨੇ, 50 ਬੇਸਿਸ ਪੁਆਇੰਟਸ ਵਿੱਚ ਵਾਧਾ ਕਰ ਦਿੱਤਾ ਗਿਆ ਹੈ, ਤੇ ਇਸ ਦਾ ਕੀ ਮਤਲਬ ਹੈ, ਕੀ ਅਰਥ ਹੋਏਗਾ। ਮਾਨ ਸਾਹਿਬ ਸਾਡੇ ਨਾਲ ਸਟੂਡੀਓ 'ਚ ਪਹੁੰਚ ਗਏ ਨੇ। ਮਾਨ ਸਾਹਿਬ, ਤੁਹਾਡਾ ਬਹੁਤ ਸਵਾਗਤ ਸਰ, ਜੀ ਆਇਆਂ ਨੂੰ ਜੀ। ਥੈਂਕ ਯੂ ਰਿਸ਼ੀ ਜੀ, ਤੁਹਾਨੂੰ ਤੇ ਤੁਹਾਡੇ ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ। ਤੇ ਅੱਜ ਬੈਂਕ ਆਫ ਕੈਨੇਡਾ ਨੇ ਫੇਰ ਆਪਣਾ ਇੰਟਰਸਟ ਰੇਟ ਵਧਾ ਦਿੱਤਾ। 9 ਮਹੀਨਿਆਂ ਵਿੱਚ 7ਵੀਂ ਵਾਰ ਇਹ ਵਾਧਾ ਹੋਇਆ ਜੀ। ਤੇ ਕੈਲਗਰੀ ਦੀ ਰੀਅਲ estate ਦੇ ਉੱਤੇ ਇਸ ਦਾ ਕੀ ਅਸਰ ਪੈ ਸਕਦਾ ਜੀ? ਜੀ, ਅੱਜ ਫਿਰ ਬੈਂਕ ਆਫ ਕੈਨੇਡਾ ਨੇ 50 ਬਿਪਸ ਜਿਹੜੇ ਨੇ 4.25 ਓਵਰਨਾਈਟ ਰੇਟ ਜਿਹੜਾ ਆ ਉਹ ਕਰ ਦਿੱਤਾ। ਇਸ ਦੇ ਨਾਲ ਜਿਹੜਾ ਪਿਛਲੀ ਵਾਰੀ ਵਾਧਾ ਹੋਇਆ ਸੀ ਉਹਦੇ ਆਪਾਂ ਜੇ ਨੰਬਰਾਂ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਰੀਅਲ estate ਮਾਰਕੀਟ ਦੇ ਵਿੱਚ ਪਿਛਲੇ ਜਿਹੜੇ ਇਸ ਮਹੀਨੇ ਆਪਾਂ ਦੇਖੀਏ ਨਵੰਬਰ ਦੇ ਤਾਂ 1648 ਘਰ ਵਿਕੇ ਨੇ, ਵਰਸਿਸ ਜੇ ਉਦੋਂ ਲਾਸਟ ਈਅਰ ਨਵੰਬਰ ਦੇ ਨਾਲ ਕੰਪੇਅਰ ਕਰੀਏ ਤਾਂ ਉਹਦੇ ਵਿੱਚ 2100 ਘਰ, ਯਾਨੀ ਕਿ 350 ਘਰ ਘੱਟ ਵਿਕੇ ਨੇ ਨੋਰਮਲ ਜਿੰਨੀ ਸੇਲ ਹੋਣੀ ਚਾਹੀਦੀ ਉਹਦੇ ਨਾਲੋਂ। ਪਰ ਇਸ ਦੇ ਨਾਲ ਸਟਿਲ ਜਿਹੜਾ 1648 ਇੱਕ ਗੁੱਡ ਨੰਬਰ ਹੈ। ਜਿਵੇਂ ਕਿ ਜੇ ਆਪਾਂ ਸਲੋ ਮੰਥਸ ਕਹੀਏ ਤਾਂ ਉਹ 1000-1200 ਤੱਕ ਵੀ ਚਲੇ ਜਾਂਦੇ ਨੇ, ਜਿਹੜੇ ਕਿ ਨੋਰਮਲੀ ਵਿੱਚ ਦੇਖਣ ਨੂੰ ਮਿਲਦੇ ਆ ਜਨਵਰੀ, ਫਰਵਰੀ, ਵਿੰਟਰ ਸੀਜ਼ਨ ਦੇ ਵਿੱਚ। ਨਵੰਬਰ, ਦਸੰਬਰ ਸਟਿਲ ਡੀਸੈਂਟ ਮੰਥ ਮੰਨਿਆ ਜਾਂਦਾ ਰੀਅਲ estate ਸੇਲ ਲਈ। ਪਰ ਜੇ ਲਾਸਟ ਈਅਰ ਨਾਲ ਆਪਾਂ ਕੰਪੇਅਰ ਕਰਦੇ ਹਾਂ ਤਾਂ 350 ਘਰਾਂ ਦਾ ਫਰਕ ਹੈ ਸੇਲ ਦੇ ਵਿੱਚ। ਤੇ ਹੁਣ ਜਦੋਂ ਅਸੀਂ ਇੰਟਰਸਟ ਰੇਟ ਵਧਿਆ ਦੇਖ ਰਹੇ ਹਾਂ ਤੇ ਇਹਦੇ ਕਰਕੇ ਰੀਅਲ estate ਮਾਰਕੀਟ ਵਿੱਚ ਕੀ ਫਰਕ ਦੇਖਣ ਨੂੰ ਪੈ ਸਕਦਾ ਹੈ ਜੀ? ਇਹਦੇ ਬਾਰੇ ਵੀ ਜ਼ਰੂਰ ਸਾਨੂੰ ਦੱਸੋ। ਇਸ ਦੇ ਨਾਲ ਰਿਸ਼ੀ ਜੀ ਜਿਵੇਂ ਕਿ ਆਪਾਂ ਗੱਲ ਕੀਤੀ ਕਿ ਘਰਾਂ ਦੀ ਸੇਲ ਲਾਸਟ ਮੰਥ ਘਟੀ ਹੈ, ਤਾਂ ਸੋ ਜੇ ਕੰਪੇਅਰ ਕਰੀਏ ਪਿਛਲੇ ਸਾਲ ਆਪਾਂ ਦਸੰਬਰ ਨੂੰ ਯਾਦ ਕਰੀਏ ਤਾਂ ਪਿਛਲੇ ਸਾਲ ਕਾਫੀ ਮਾਰਕੀਟ ਜਿਹੜੀ ਉਹ ਇੱਕ ਤਰ੍ਹਾਂ ਕਰੈਸ਼ ਹੋ ਗਈ ਸੀ, ਔਰ ਦਸੰਬਰ ਔਰ ਜਨਵਰੀ ਵਾਜ਼ ਦਾ ਬਿਜ਼ੀਐਸਟ ਮੰਥ ਟਿਲ ਮਾਰਚ ਘਰਾਂ ਦੀ ਸੇਲ ਦੇ ਵਿੱਚ। ਸੋ ਇਸ ਤਰ੍ਹਾਂ ਇਸ ਸਾਲ ਨਜ਼ਰ ਨਹੀਂ ਆ ਰਿਹਾ ਕਿ ਇਸ ਤਰ੍ਹਾਂ ਹੋਏਗਾ। ਜਿਹੜੀ ਹੈ ਸਲੋ ਡਾਊਨ ਹੋ ਰਹੀ ਹੈ ਮਾਰਕੀਟ, ਪ੍ਰਾਈਸਿਸ ਦੇ ਵਿੱਚ ਵੀ ਥੋੜ੍ਹੀ ਜਿਹੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਕੈਲਗਰੀ ਦੇ ਵਿੱਚ ਬਹੁਤ ਥੋੜ੍ਹੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਐਜ਼ ਕੰਪੇਅਰ ਟੂ ਅੰਟਾਰੀਓ ਜਾਂ BC ਨਾਲ ਆਪਾਂ ਕੰਪੇਅਰ ਕਰੀਏ। ਪਰ ਜੇ ਕੈਲਗਰੀ ਰੀਅਲ estate ਮਾਰਕੀਟ ਦੀ ਗੱਲ ਕਰੀਏ ਤਾਂ ਹਾਂ, ਘਰਾਂ ਦੀ ਪ੍ਰਾਈਸ ਦੇ ਵਿੱਚ ਥੋੜ੍ਹੀ ਜਿਹੀ ਗਿਰਾਵਟ ਤੇ ਸੇਲ ਦੇ ਵਿੱਚ ਗਿਰਾਵਟ ਦੇਖਣ ਨੂੰ ਇਸ ਦੇ ਨਾਲ ਮਿਲ ਰਹੀ ਹੈ। ਤੇ ਬੈਂਕ ਆਫ ਕੈਨੇਡਾ ਨੇ ਅੱਜ ਜਿਹੜੇ 50 ਬੇਸਿਸ ਦਾ ਵਾਧਾ ਕੀਤਾ ਹੈ ਪੁਆਇੰਟਸ ਦਾ, ਤੇ ਇਹ ਦੱਸੋ ਕਿ ਇਸ ਵਾਧੇ ਨਾਲ ਕੀ ਫਰਕ ਪੈ ਜਾਏਗਾ ਇੰਟਰਸਟ ਰੇਟ ਦਾ ਤੇ ਪੇਮੈਂਟ ਦੇ ਵਿੱਚ? ਜੇ ਆਪਾਂ ਇੱਕ ਰੈਗੂਲਰ 5 ਲੱਖ ਦੀ ਮੋਰਗੇਜ ਦੀ ਗੱਲ ਕਰੀਏ ਤਾਂ ਜਿੱਥੇ 5% ਤੇ 2900 ਪੇਮੈਂਟ ਬਣਦੀ ਸੀ, ਹੁਣ ਜੇ ਆਪਾਂ 5.5 50 ਸੈਂਟ ਚਾਹੇ ਕਿਸੇ ਦਾ 5.5 ਦੇ ਉੱਤੇ ਰੇਟ ਹੈ ਤਾਂ ਉਹਦਾ 6 ਹੋ ਜਾਏਗਾ, ਜਿਹਦਾ 5 ਸੀ ਉਹਦਾ 5.5 ਹੋ ਜਾਏਗਾ ਵੇਰੀਏਬਲ ਤੇ, ਤਾਂ ਉਹਦਾ $3051 ਜਿਹੜੀ ਆ ਉਹਦੀ ਹੋ ਜਾਏਗੀ ਪਰ ਮੰਥ ਪੇਮੈਂਟ। ਸੋ $150 ਜਿਹੜਾ ਆ ਫਰਕ ਪੈ ਜਾਏਗਾ। ਜਿਹੜਾ ਰੈਗੂਲਰ ਰੇਟ 3% ਚੱਲਦਾ ਰਿਹਾ, ਜ਼ਿਆਦਾ ਜੇ ਆਪਾਂ ਪਿਛਲੇ ਸਮੇਂ 'ਚ ਦੇਖੀਏ ਤਾਂ ਜ਼ਿਆਦਾ ਜਿਹੜੇ ਇੰਟਰਸਟ ਰੇਟ ਆ 3 ਦੇ ਕੋਲ ਚੱਲਦੇ ਰਹੇ। ਨੋਰਮਲ ਰੇਟਸ ਦੇ ਨਾਲ ਕੰਪੇਅਰ ਕਰੀਏ ਤਾਂ 2366 ਪੇਮੈਂਟ ਬਣਦੀ ਸੀ। ਸੋ ਉਹਦੇ ਹਿਸਾਬ ਨਾਲ ਕਾਫੀ ਜ਼ਿਆਦਾ ਫਰਕ ਆ ਚੁੱਕਿਆ ਹੈ। ਆਲਮੋਸਟ $600 ਤੋਂ ਉੱਪਰ ਦਾ ਫਰਕ ਦੇਖਣ ਨੂੰ ਮਿਲ ਰਿਹਾ। ਤੇ ਇੱਕ ਹੋਰ ਸਟੇਟਮੈਂਟ ਜਿਹੜੀ ਅੱਜ ਆਈ ਹੈ, ਜਿਹੜੀ ਸਟੇਟਮੈਂਟ ਬੈਂਕ ਨੇ ਇੱਕ ਪੇਜ ਦੀ ਜਾਰੀ ਕੀਤੀ, ਉਹਦੇ ਵਿੱਚ ਅਖੀਰ ਦੇ ਵਿੱਚ ਜਿਹੜੀਆਂ ਪਹਿਲੀਆਂ ਸਟੇਟਮੈਂਟਾਂ ਆਈਆਂ ਉਹਨਾਂ 'ਚ ਲਿਖਿਆ ਹੁੰਦਾ ਸੀ ਕਿ ਅਸੀਂ ਅਗਲੀ ਵਾਰੀ ਇਹਦੇ ਉੱਤੇ ਇਹਨੂੰ ਰਿਵਾਈਜ਼ ਕਰਾਂਗੇ। ਪਰ ਅੱਜ ਦੀ ਜਿਹੜੀ ਸਟੇਟਮੈਂਟ ਹੈ ਉਹਦੇ ਵਿੱਚ ਉਹਨਾਂ ਨੇ ਇੱਦਾਂ ਦਾ ਕੁਝ ਨਹੀਂ ਲਿਖਿਆ। ਤੇ ਕੀ ਇਹਨੂੰ ਮੰਨ ਲੈਣਾ ਚਾਹੀਦਾ ਕਿ ਹੁਣ ਹੋਰ ਵਿਆਜ ਦਰ ਨਹੀਂ ਵਧੇਗੀ? ਇਹ ਕਹਿਣਾ ਬਹੁਤ ਮੁਸ਼ਕਿਲ ਹੈ ਕਿ ਵਿਆਜ ਦਰ ਅੱਗੇ ਨਹੀਂ ਵਧੇਗੀ,
ਕਿਉਂਕਿ ਹੁਣ ਜਿਹੜੇ ਆਉਣ ਵਾਲਾ ਸਮਾਂ ਹੈ ਜਨਵਰੀ ਦੇ ਵਿੱਚ ਫੈਬਰਰੀ ਦੇ ਵਿੱਚ ਬਜਟ ਵੀ ਆਏਗਾ। ਹੋਰ ਜਿਹੜੀਆਂ ਪਾਲਿਸੀਜ਼ ਨੇ ਲਾਸਟ ਈਅਰ ਜਦੋਂ ਗੌਰਮੈਂਟ ਨੇ 0.25 ਸੀਗਾ ਜਨਵਰੀ ਦੇ ਵਿੱਚ ਇੰਟਰਸਟ ਰੇਟ, ਉਦੋਂ ਵੀ ਪ੍ਰਾਈਸਿਸ ਇਹ ਗੱਲ ਮੇਰੀ ਸਮਝ ਚੋਂ ਬਾਹਰ ਹੈ ਕਿ ਜੇ ਆਪਾਂ ਕੈਲਗਰੀ ਦੀ ਮਾਰਕੀਟ ਤਾਂ ਬੜੀ ਸਥਿਰ ਜਿਹੀ ਚੱਲ ਰਹੀ ਹੈ, ਆਪਾਂ ਪਿਛਲੇ ਕੁਝ ਸਾਲਾਂ ਤੋਂ ਦੇਖ ਰਹੇ ਹਾਂ, ਪਰ ਓਨਟਾਰੀਓ ਦੇ ਵਿੱਚ BC ਦੇ ਵਿੱਚ ਜਦੋਂ ਕਿ ਘਰ ਇੱਕ ਮਹੀਨੇ 'ਚ ਲੱਖ ਡਾਲਰ ਵੱਧ ਰਹੇ ਸੀਗੇ, ਉਦੋਂ 25 ਸੈਂਟ ਦੇ ਉੱਤੇ ਕੁਝ ਹੋਰ ਫੈਸਿਲਿਟੀਆਂ ਦਿੱਤੀਆਂ ਸੀ, ਜਿਵੇਂ ਕਿ ਫਸਟ ਟਾਈਮ ਹੋਮ ਬਾਇਰਸ ਇਸ ਸਾਲ ਤੋਂ ਸੇਵਿੰਗ ਅਕਾਊਂਟ ਖੋਲ੍ਹ ਸਕਦੇ ਆ, ਟੈਕਸ ਫ੍ਰੀ ਸੇਵਿੰਗ ਅਕਾਊਂਟ ਖੋਲ੍ਹ ਸਕਦੇ ਆ, ਔਰ ਇਸ ਤਰ੍ਹਾਂ ਹੋਰ ਵੀ ਕਾਫੀ ਅਨਾਊਂਸਮੈਂਟ ਹੋਈਆਂ ਸੀ। ਕਾਫੀ ਜ਼ਿਆਦਾ ਜਿਹੜਾ ਆ ਉਹਦੇ ਵਿੱਚ ਸਪੋਰਟ ਕੀਤੀ ਗਈ ਸੀ ਕੋਆਪਰੇਟਿਵ ਹੋਮਸ ਲਈ ਔਰ ਹੋਰ ਚੀਜ਼ਾਂ ਲਈ। ਸਿਟੀਜ਼ ਨੂੰ ਵੀ ਜਿਹੜਾ ਮਿਊਨਸੀਪਲ ਨੂੰ ਕਿਹਾ ਗਿਆ ਸੀ ਕਿ ਤੁਸੀਂ ਲੂਜ਼ ਕਰੋ ਆਪਣੇ ਰੂਲਸ ਨੂੰ, ਤਾਂ ਜੋ ਛੋਟੀ ਜਗ੍ਹਾ ਦੇ ਵਿੱਚ ਮਲਟੀਪਲ ਫੈਮਿਲੀ ਹੋਮਸ ਵੀ ਬਣ ਸਕਣ। ਸੋ ਇਸ ਸਾਲ ਜਿਹੜਾ ਜਨਵਰੀ ਉਹਦੇ ਵਿੱਚ ਹੋਰ ਕਾਫੀ ਫੈਕਟਰ ਜਨਵਰੀ ਫਰਵਰੀ ਦੇ ਵਿੱਚ ਵੀ ਆਉਣੇ ਨੇ। ਇਸ ਕਰਕੇ ਇਹ ਗੱਲ ਤੁਹਾਡੀ ਸਹੀ ਹੈ ਰਿਸ਼ੀ ਜੀ, ਹੋ ਸਕਦਾ ਇੰਟਰਸਟ ਰੇਟ 'ਚ ਵਾਧਾ ਨਾ ਹੋਵੇ, ਪਰ ਕਾਨੂੰਨੀ ਤੌਰ 'ਤੇ ਜਾਂ ਦੂਸਰੇ ਪੱਖੋਂ ਅਪਰੂਵਲ ਪੱਖੋਂ ਜਾਂ ਅਮੋਰਟਾਈਜੇਸ਼ਨ ਪੱਖੋਂ ਜਾਂ ਕਿਸੇ ਹੋਰ ਪੱਖੋਂ ਜਿਹੜਾ ਆ ਉਹ ਉਸ ਵਿੱਚ ਸਖਤਾਈ ਲਿਆਂਦੀ ਜਾਵੇ ਜੀ। ਅਤੇ ਹੁਣ ਕਿੰਨਾ ਕੁ ਡਿਫਰੈਂਸ ਆਇਆ ਜੀ ਅਪਰੂਵਲ ਅਮਾਊਂਟ ਵਿੱਚ ਅਤੇ ਕਰੰਟ ਰੇਟ ਜਿਹੜੀ ਆ ਵਰਸਸ ਪ੍ਰੀਵੀਅਸ ਰੇਟ ਸੀਗੇ ਉਹਦੇ ਨਾਲੋਂ ਜੀ? ਜੇ ਆਪਾਂ ਪਹਿਲਾ ਜਿਹੜਾ ਰੂਲ ਸੀਗਾ ਸਟ੍ਰੈਸ ਟੈਸਟ ਦਾ, ਉਹ ਸੀਗਾ ਕਿ 5.25% 'ਤੇ ਤੁਸੀਂ ਕੁਆਲੀਫਾਈ ਕਰਨਾ। ਸੋ ਜੇ ਆਪਾਂ ਰੈਗੂਲਰ ਕਹੀਏ ਕਿਸੇ ਫੈਮਿਲੀ ਦੀ $100,000 1 ਲੱਖ ਡਾਲਰ ਐਨੂਅਲ ਇਨਕਮ ਹੈਗੀ ਆ, ਤਾਂ ਉਹਦੇ ਨਾਲ ਔਨ ਐਨ ਐਵਰੇਜ ਆਪਾਂ 2500 ਪ੍ਰੋਪਰਟੀ ਟੈਕਸ, $100 ਹੀਟ ਕੋਸਟ ਲਾ ਕੇ 4 ਲੱਖ ਦਾ ਜਿਹੜਾ ਅਪਰੂਵਲ ਹੋ ਜਾਂਦਾ ਸੀ ਮੋਰਗੇਜ ਦਾ। ਪਰ ਅੱਜ ਜਿਹੜਾ 4,93,000 ਆਲਮੋਸਟ 5 ਲੱਖ ਦਾ ਅਪਰੂਵਲ ਹੋ ਜਾਂਦਾ ਸੀ। ਪਰ ਅੱਜ ਜਿਹੜਾ ਰੇਟ ਹੈ ਹੁਣ 5, 5.25, 5.5 ਇਸ ਤਰ੍ਹਾਂ ਕਰਕੇ ਚੱਲ ਰਿਹਾ ਹੈ। ਜੇ ਆਪਾਂ 5.5 ਦੇ ਹਿਸਾਬ ਨਾਲ ਲਾਈਏ ਤਾਂ ਅੱਜ ਦੇ ਅਪਰੂਵਲ ਲਈ ਆਪਾਂ ਨੂੰ 4 ਲੱਖ ਦਾ ਅਪਰੂਵਲ ਹੁੰਦਾ, ਜਾਣੀ ਕਿ ਜਿਹੜੀ ਆਪਣੀ ਸੇਮ ਇਨਕਮ ਹੈ, ਸੇਮ ਕੋਸਟ ਹੈ, ਪਰ ਆਪਣੀ ਅਪਰੂਵਲ ਜਿਹੜੀ ਹੈ ਇਸ ਚੀਜ਼ ਨਾਲ 1 ਲੱਖ ਡਾਲਰ ਆਲਮੋਸਟ ਘੱਟ ਗਈ ਹੈ। ਸੋ ਜਿਹਨੂੰ ਅਸੀਂ ਸਟ੍ਰੈਸ ਟੈਸਟ ਕਹਿੰਦੇ ਹਾਂ, ਜਿਹਨੂੰ ਅਸੀਂ ਸਟ੍ਰੈਸ ਟੈਸਟ ਕਹਿੰਦੇ ਹਾਂ। ਸੋ ਸਟ੍ਰੈਸ ਟੈਸਟ 5.25 ਸੀਗਾ, ਅੱਜ ਵੀ ਉਹੀ ਹੈ, ਪਰ ਉਹਦਾ ਰੂਲ ਹੈ ਕਿ ਸਟ੍ਰੈਸ ਟੈਸਟ ਪਲੱਸ ਕਰੰਟ ਇੰਟਰਸਟ ਰੇਟ +2 ਵਿਚ ਐਵਰ ਇਜ਼ ਗ੍ਰੇਟਰ। ਸੋ ਦੋਨਾਂ 'ਚੋਂ ਜਿਹਦੇ ਵਿੱਚ ਜ਼ਿਆਦਾ ਹੋਊਗਾ, ਜਿਵੇਂ ਕਿ ਕਰੰਟ ਰੇਟ 5.5 ਹੈ ਤਾਂ ਸਾਨੂੰ ਕੁਆਲੀਫਾਈ ਕਰਨਾ ਪੈਣਾ 5.5 +2% 7.5 ਦੇ ਉੱਤੇ। ਸੋ ਉਸ ਬੇਸ ਦੇ ਉੱਤੇ ਆਪਾਂ ਜੇ ਕੈਲਕੂਲੇਟ ਕਰਕੇ ਦੇਖੀਏ ਤਾਂ ਆਲਮੋਸਟ ਲੱਖ ਡਾਲਰ ਜਿਹੜਾ ਬੰਦਾ, ਇਹ ਇੱਕ ਬਹੁਤ ਵੱਡਾ ਫੈਕਟ ਹੈ, ਜਿਹੜਾ ਬੰਦਾ ਕੱਲ੍ਹ 5 ਲੱਖ ਦਾ ਜਾਂ ਘਰ ਲੈ ਸਕਦਾ ਸੀ $1 ਲੱਖ ਦੀ ਇਨਕਮ 'ਤੇ, ਅੱਜ ਉਹ 4 ਲੱਖ ਦਾ ਲੈ ਸਕਦਾ। ਅਤੇ ਉਹ 4 ਲੱਖ ਦੇ ਵਿੱਚ ਕੀ ਉਹਨੂੰ ਉੱਦਾਂ ਦਾ ਘਰ ਮਿਲ ਸਕਦਾ ਜਿਸ ਸਟੈਂਡਰਡ 'ਤੇ $1 ਲੱਖ ਦੀ ਸੈਲਰੀ ਵਾਲਾ ਬੰਦਾ ਘਰ ਲੈਣਾ ਚਾਹੁੰਦਾ ਜਾਂ ਰਹਿਣਾ ਚਾਹੁੰਦਾ ਆ, ਕੀ ਉਹਨੂੰ ਆਪਣੀ ਰਿਕੁਆਇਰਮੈਂਟ ਮੁਤਾਬਕ, ਨੀਡਸ ਮੁਤਾਬਕ ਉਹ ਘਰ ਮਿਲ ਸਕਦਾ, ਜਾਂ ਕਿ ਵਾਕਈ 5 ਲੱਖ ਵਾਲਾ ਘਰ 4 ਲੱਖ 'ਚ ਹੋ ਗਿਆ। ਤਾਂ ਉਹ ਸਾਰੀਆਂ ਫੈਕਟਰ ਜਿਹੜੇ ਨੇ ਉਹ ਇਹਦੇ ਵਿੱਚ ਕਾਊਂਟ ਕਰਦੇ ਨੇ। ਪਰ ਓਵਰਆਲ ਜਿਹੜਾ ਇਹ 50 ਬਿਪਸ ਵੱਧ ਰਹੇ ਨੇ ਜਾਂ 7 ਵਾਰੀ ਜਿਵੇਂ ਕਿ ਤੁਸੀਂ ਮੈਨਸ਼ਨ ਕੀਤਾ ਵਧੇ ਨੇ, ਉਹਦੇ ਨਾਲ ਜਿਹੜਾ ਮੇਜਰ ਫੈਕਟਰ ਫਰਕ ਪਿਆ ਉਹ ਇਹ ਵੀ ਹੈ ਇੱਕ ਕਿ ਆਪਣੀ ਜਿਹੜੀ ਅਪਰੂਵਲ ਹੈ ਸੇਮ ਇਨਕਮ ਦੇ ਨਾਲ, ਸੇਮ ਸਿਚੁਏਸ਼ਨ, ਸੇਮ ਪ੍ਰੋਪਰਟੀ ਟੈਕਸ ਦੇ ਨਾਲ ਜਿਹੜੀ ਹੈ ਉਹ $1 ਲੱਖ ਘੱਟ ਗਈ। ਵਾਹ ਜੀ ਵਾਹ। ਅਤੇ ਹੁਣ ਜਿਹੜੀਆਂ ਇਹ ਚੀਜ਼ਾਂ ਹੋ ਰਹੀਆਂ ਨੇ ਬਾਰ-ਬਾਰ, ਇਹਨਾਂ ਦੇ ਨਾਲ ਆਉਣ ਵਾਲੀ ਰੀਅਲ estate ਮਾਰਕੀਟ ਵਿੱਚ ਕਿਸ ਤਰ੍ਹਾਂ ਦਾ ਫਰਕ ਦੇਖਣ ਨੂੰ ਮਿਲ ਸਕਦਾ ਜੀ? ਇਸ ਦੇ ਵਿੱਚ ਇੱਕ ਬਹੁਤ ਹੀ ਅਹਿਮ ਚੀਜ਼ ਹੋਰ ਸੋਚਣ ਵਾਲੀ ਹੈ, ਜਿਵੇਂ ਕਿ ਆਪਾਂ ਪਹਿਲਾਂ ਮੈਨਸ਼ਨ ਕੀਤਾ ਕਿ ਯੂਜਲੀ 2100 ਬਾਇਰ ਇੱਕ ਮਹੀਨੇ 'ਚ ਘਰ ਸਿਰਫ ਕੈਲਗਰੀ, ਚੈਸਟਮੇਅਰ, ਏਡਰੀ, ਓਕੀਡੋਕਸ ਤੁਸੀਂ ਬਾਹਰ ਕੱਢਦੇ ਆ, ਜਸਟ ਕੈਲਗਰੀ ਦੇ ਵਿੱਚ ਦੇਖ ਰਹੇ ਹਾਂ। ਸੋ ਹੁਣ 1648 ਉਹ ਜਿਹੜਾ 500 ਬਾਇਰ ਆ ਉਹ ਬਲੋਕ ਹੋ ਗਿਆ ਇੱਕ ਤਰ੍ਹਾਂ। ਸੋ ਉਹਨੇ 2 ਲਾਈਨਾਂ ਯੂਜ਼ ਕੀਤੀਆਂ, ਲੈਟਸ ਵੇਟ, ਲੈਟਸ ਸੀ ਵਟ ਹੈਪਨ। ਜੀ, ਹੈਪਨ ਤਾਂ ਮੈਨੂੰ ਪਤਾ ਨਹੀਂ ਕੀ ਹੋਣਾ, ਪਰ ਉਹ ਜਿਹੜਾ 500 ਹਰ ਮਹੀਨੇ ਬਾਹਰ ਵੱਧ ਰਿਹਾ ਆ, ਜਿਵੇਂ ਕਿ ਮੈਂ ਪਹਿਲਾਂ ਵੀ ਤੁਹਾਡੇ ਪ੍ਰੋਗਰਾਮ 'ਚ ਮੈਨਸ਼ਨ ਕਰ ਚੁੱਕਿਆ ਕਿ ਜਦੋਂ ਕੈਲਗਰੀ ਦੇ ਵਿੱਚ ਮਾਰਕੀਟ ਪਿਛਲੇ ਸਾਲ ਮਾਰਚ ਵਿੱਚ, ਫੈਬਰਰੀ ਵਿੱਚ ਘਰ ਨਹੀਂ ਮਿਲ ਰਿਹਾ ਸੀ, ਉਦੋਂ ਫੈਬਰਰੀ ਵਿੱਚ 3000 ਘਰ, ਮਾਰਚ ਵਿੱਚ 4000 ਘਰ ਵਿਕਿਆ ਸੀ। ਸੋ ਜੇ 1000 ਕੁ ਬਾਇਰ ਇਹਦੇ ਵਿੱਚ ਹੋਰ ਐਡ ਹੋ ਜਾਏ ਅਤੇ ਸਾਡੀਆਂ ਲਿਸਟਿੰਗ ਜਿਹੜੀ ਆ ਉਹ ਕਾਫੀ ਘੱਟ ਜਾਂਦੀਆਂ ਨੇ, ਘਰ ਲੱਭਣਾ ਬੜਾ ਮੁਸ਼ਕਿਲ ਹੋ ਜਾਂਦਾ, ਔਰ ਜਿਹੜੀ ਭੱਜ ਦੜ ਮੱਚ ਜਾਂਦੀ, ਔਰ ਪ੍ਰਾਈਸਿਸ ਫਿਰ ਵਧਣ ਲੱਗ ਪੈਂਦੀਆਂ ਨੇ। ਸੋ ਇਹ ਜਿਹੜਾ ਬਾਇਰ ਇਸ ਵੇਲੇ ਬਲੋਕ ਹੋ ਰਿਹਾ ਆ, ਕਿੰਨੀ ਦੇਰ ਲਈ ਹੋ ਰਿਹਾ, ਔਰ ਮੈਨੂੰ ਇੱਦਾਂ ਲੱਗਦਾ ਆ, ਔਰ ਮੇਰੇ
ਸਮਝਣ ਅਨੁਸਾਰ ਜਿਹੜੀ ਮਾਰਕੀਟ ਆ ਇੱਕ ਐਜ ਤੇ ਹੈ ਟੂ ਕਰੈਸ਼ ਅਗੇਨ। ਇਹਨੇ ਘਰਾਂ ਦੀ ਪ੍ਰਾਈਸ ਘਟਾਉਣੀ ਬਹੁਤ ਥੋੜ੍ਹੇ ਸਮੇਂ ਲਈ ਆ, ਉਸ 2 ਮਹੀਨੇ 4 ਮਹੀਨੇ 6 ਮਹੀਨੇ ਇਹ ਘਟਾਈ ਰੱਖੇ। ਜਿਵੇਂ ਕਿ ਆਪਾਂ ਬੱਚੇ ਨੂੰ ਕੁੱਟ ਕੇ ਇੱਕ ਕਲਾਸ 'ਚ ਚੰਗੇ ਨੰਬਰ ਲਿਆ ਸਕਦੇ ਹਾਂ, 1 ਸਾਲ ਤੇ ਦੱਬ ਕੇ ਰੱਖ ਸਕਦੇ ਹਾਂ, ਪਰ ਉਹਨੂੰ ਸਾਰੀ ਜ਼ਿੰਦਗੀ ਨਹੀਂ ਆਪਾਂ ਅੱਗੇ ਕਾਮਯਾਬ ਕਰ ਸਕਦੇ। ਉਸੇ ਤਰ੍ਹਾਂ ਜੇ ਆਪਣੇ 'ਤੇ ਜ਼ਿਆਦਾ ਇੰਟਰਸਟ ਰੇਟ ਜਾਂ ਹੈਵੀ ਪ੍ਰੈਸ਼ਰ ਪਾਇਆ ਜਾ ਰਿਹਾ ਆ ਆਮ ਲੋਕਾਂ ਦੀ, ਜਿਨ੍ਹਾਂ ਨੇ ਰਹਿਣ ਲਈ ਘਰ ਲੈਣਾ ਉਹਨਾਂ ਨੇ ਲੈਣਾ, ਔਰ ਇਹਦਾ ਕੋਈ ਅਲਟਰਨੇਟਿਵ ਨਹੀਂ ਹੈ। ਬਿਲਕੁਲ ਠੀਕ ਹੈ ਜੀ। ਘਰ ਨਹੀਂ ਲਵਾਂਗੇ ਤਾਂ ਰੈਂਟ ਦੇਵਾਂਗੇ। ਬੇਸਿਕਲੀ ਜੇ ਤੁਸੀਂ ਲੀਗਲ ਆਪਾਂ ਪੜ੍ਹਦੇ ਹਾਂ, ਜਿਹੜੀ ਆਪਾਂ ਗੱਲ ਕਰਦੇ ਹਾਂ ਇਨਫਲੇਸ਼ਨ ਔਰ CPI, ਇਹਨਾਂ ਸਾਰੀਆਂ ਚੀਜ਼ਾਂ ਦੀ, ਉਹਦੇ ਵਿੱਚ ਜਿਹੜਾ ਆ ਆਪਣਾ ਘਰ ਆ ਉਹਦੀ ਪਰਿਭਾਸ਼ਾ ਇਹ ਯੂਜ਼ ਕੀਤੀ ਹੁੰਦੀ ਆ ਟੂ ਰੈਂਟ ਟੂ ਯੂਅਰਸੈਲਫ। ਜਿਹੜਾ ਘਰ ਮੈਂ ਆਪ ਲੈ ਲਿਆ ਉਹ ਮੈਂ ਆਪਣੇ ਆਪ ਨੂੰ ਰੈਂਟ ਕਰ ਲਿਆ ਜੀ। ਉਹ ਇੱਕ ਪੋਰਸ਼ਨ ਇਸ ਤਰ੍ਹਾਂ ਕਾਊਂਟ ਕੀਤਾ ਜਾਂਦਾ ਕਿ ਰੈਂਟ ਟੂ ਯੂਅਰਸੈਲਫ। ਬਾਕੀ ਜਿਹੜੀ ਉਹਦੀ ਵੈਲਿਊ ਵੱਧ ਰਹੀ ਹੈ ਜਾਂ ਘਟ ਰਹੀ ਹੈ ਉਹ ਥੋੜ੍ਹਾ ਡਿਫਰੈਂਸ ਹੋ ਜਾਂਦਾ। ਔਰ ਇਕੱਲਾ ਇੰਟਰਸਟ ਰੇਟ ਵਧਣ ਨਾਲ ਮੋਰਗੇਜ ਪੇਮੈਂਟ ਨਹੀਂ, ਇੰਟਰਸਟ ਪੇਮੈਂਟ ਜਿਹੜੀਆਂ ਆ ਦੂਜੀਆਂ ਆਪਣੀਆਂ ਰੈਂਟਲ ਪੇਮੈਂਟਸ ਆ, ਜਾਂ ਅੱਗੇ ਜੇ ਆਪਾਂ ਲੀਜ਼ ਲੱਭਦੇ ਹਾਂ ਜਾਂ ਦੇਖਦੇ ਹਾਂ ਬੇਸਮੈਂਟ ਜਾਂ ਅਪਸਟੇਅਰ, ਸੋ ਇਹ ਉਹਦੇ ਵਿੱਚ ਵੀ ਕਾਫੀ ਜ਼ਿਆਦਾ ਇਸ ਵੇਲੇ ਮਹਿੰਗਾਈ ਹੈ, ਵਧਿਆ ਹੋਇਆ ਆ। ਸੋ ਸ਼ੈਲਟਰ ਕੋਸਟ ਕਿਸੇ ਤਰੀਕੇ ਇਹਦੇ ਨਾਲ ਥੱਲੇ ਨਹੀਂ ਆ ਰਹੀ। ਓਨਲੀ ਅਲਟਰਨੇਟਿਵ ਇਹਦੇ ਨਾਲ ਜੋ ਮਾਰਕੀਟ ਦੇ ਵਿੱਚ ਟਰੈਂਡ ਚੱਲੇਗਾ ਕਿ ਅੱਜ ਆਪਾਂ ਸੋਚ ਰਹੇ ਹਾਂ ਕਿ ਇੰਟਰਸਟ ਰੇਟ ਵਧਣ ਦਿਓ, ਘਰਾਂ ਦੀ ਪ੍ਰਾਈਸਿਸ ਘੱਟ ਲੈਣ ਦਿਓ, ਆਪਾਂ ਰੈਂਟ 'ਤੇ ਲੈ ਲੈਂਦੇ ਹਾਂ, ਫਿਰ ਆਪਾਂ ਰੈਂਟ ਨਾਲ ਕੰਪੇਅਰ ਕਰੀਏ ਤਾਂ ਓਕੇ ਲੈਟਸ ਬਾਏ ਦਾ ਅਪਾਰਟਮੈਂਟ। ਫਿਰ ਅਪਾਰਟਮੈਂਟਸ ਦੀ ਵੈਲਿਊ ਇਸ ਵੇਲੇ ਕੈਲਗਰੀ 'ਚ ਅਪਾਰਟਮੈਂਟਸ ਦੀ ਸੇਲ ਕਾਫੀ ਜ਼ਿਆਦਾ ਵਧੀ ਹੋਈ ਹੈ ਕੰਪੇਅਰ ਟੂ ਬਿਗਰ ਹੋਮਸ। ਪਰ ਜਿਹੜੇ ਲੋਕ ਅਪਾਰਟਮੈਂਟ ਵੇਚ ਰਹੇ ਨੇ ਔਰ ਚੰਗੀ ਪ੍ਰਾਈਸ 'ਤੇ ਵੇਚ ਰਹੇ ਨੇ, ਉਹਨਾਂ ਨੇ ਅੱਗੇ ਘਰ ਹੀ ਲੈਣਾ। ਸੋ ਵਿਦਨ 3-4 ਮੰਥਸ ਉਹਨਾਂ ਨੇ ਛੋਟੇ ਘਰਾਂ 'ਤੇ ਫਿਰ ਵੱਡੇ ਘਰਾਂ 'ਤੇ ਇੰਪੈਕਟ ਕਰਨਾ। ਸੋ ਦ ਲੋਐਸਟ ਕੋਸਟ ਜਿੱਥੇ ਤੱਕ ਮੈਨੂੰ ਸਮਝ ਹੈ ਮੋਬਾਈਲ ਹੋਮ ਹੈ, ਸਾਰਿਆਂ ਨਾਲੋਂ ਸਸਤੇ ਪੈਂਦੇ, ਫਿਰ ਅਪਾਰਟਮੈਂਟਸ ਨੇ, ਫਿਰ ਉਸ ਤੋਂ ਅੱਗੇ ਜਿਹੜਾ ਆ ਟਾਊਨ ਹਾਊਸ ਔਰ ਹੋਰ ਚੀਜ਼ਾਂ ਆ ਜਾਂਦੀਆਂ ਨੇ। ਸੋ ਜੇ ਕਿਸੇ ਵੀ ਤਰੀਕੇ ਆਪਾਂ ਦੇਖੀਏ ਰੈਂਟ ਜਾਂ ਮੋਰਗੇਜ ਪੇਮੈਂਟ ਉਹ ਵੱਧ ਰਹੀ ਹੈ। ਔਰ ਜਿਹੜਾ ਬਾਇਰ ਬਲੌਕ ਹੋ ਰਿਹਾ ਹੈ, ਉਹਨਾਂ ਨੇ ਜਦੋਂ ਕਿਸੇ ਵੀ ਪੁਆਇੰਟ 'ਤੇ ਟ੍ਰਿਗਰ ਹੋ ਗਏ, ਚਾਹੇ ਉਹ ਕਾਨੂੰਨਾਂ ਦੀ ਸਖਤਾਈ ਹੋ ਜਾਏ ਜਨਵਰੀ ਫਰਵਰੀ, ਚਾਹੇ ਉਹ ਇੰਟਰਸਟ ਰੇਟ ਵਾਪਸ ਥੱਲੇ ਨੂੰ ਆਉਣੇ ਸ਼ੁਰੂ ਹੋ ਜਾਣ, ਤਾਂ ਉਹਦੇ ਵਿੱਚ ਜਿਹੜਾ ਆ ਉਹ ਮਹਿੰਗਾਈ ਦੇਖਣ ਨੂੰ ਮਿਲ ਸਕਦੀ। ਤੇ ਸਰਕਾਰ ਹੁਣ ਹੋਰ ਕਿਸ ਤਰ੍ਹਾਂ ਦੇ ਕਦਮ ਚੁੱਕ ਸਕਦੀ ਹੈ ਜੀ? ਇੰਟਰਸਟ ਰੇਟ ਜੇ ਨਾ ਵਧਾਉਣੇ ਹੋਣ ਫਿਰ ਕੀ ਉਹਦੀ ਥਾਂ 'ਤੇ ਕੀਤਾ ਜਾ ਸਕਦਾ ਜੀ? ਉਹਦੀ ਥਾਂ 'ਤੇ ਇਸ ਮਾਰਕੀਟ ਨੂੰ ਸਲੋ ਡਾਊਨ ਰੱਖਣ ਲਈ ਜਿਹੜਾ ਸਾਰਿਆਂ ਨਾਲੋਂ ਬੈਸਟ ਚੀਜ਼ ਹੈ ਉਹ ਹੈ ਕੁਆਲੀਫਿਕੇਸ਼ਨ ਰੇਟ, ਜਿਹੜਾ ਕਿ ਸਟ੍ਰੈਸ ਟੈਸਟ ਜਿਹਨੂੰ ਆਪਾਂ ਕਹਿੰਦੇ ਹਾਂ, ਉਹਦਾ ਅਮਾਊਂਟ ਕੋਈ ਵਧਾਇਆ ਜਾ ਸਕਦਾ ਹੈ ਤਾਂ ਜੋ ਲੋਕ ਘੱਟ ਅਮਾਊਂਟ ਲਈ ਕੁਆਲੀਫਾਈ ਕਰਨ ਔਰ ਹਜੇ ਉਹਦੇ ਨਾਲ ਵੇਟ ਕਰਨ। ਇੰਸਟੈਡ ਆਫ ਜਿਹੜਾ ਇੰਟਰਸਟ ਰੇਟ ਹੈ, ਅਮੋਰਟਾਈਜੇਸ਼ਨ ਆ ਜਿਹੜੀ ਉਹ ਵਧਾਈ ਜਾਂ ਘਟਾਈ ਜਾ ਸਕਦੀ ਹੈ। ਟੈਕਸਿਸ ਔਨ ਇਨਵੈਸਟਮੈਂਟ ਜਿਹੜੇ ਆ, ਉਹ ਜਿਹੜੇ ਇਨਵੈਸਟਮੈਂਟ ਪ੍ਰੋਪਰਟੀ ਖਰੀਦਦੇ ਆ ਉਹਨਾਂ ਨੂੰ ਟੈਕਸਿਸ ਲਾਏ ਜਾ ਸਕਦੇ ਆ। ਇਸ ਤਰ੍ਹਾਂ ਹੋਰ ਵੀ ਕਾਫੀ ਜਿਹੜੇ ਤਰੀਕੇ ਨੇ ਜਿਨ੍ਹਾਂ ਦੇ ਨਾਲ ਇਹ ਮਾਰਕੀਟ, ਜੇ ਘਰਾਂ ਦੀ ਮਾਰਕੀਟ ਨੂੰ ਆਪਾਂ ਸਪੈਸੀਫਿਕਲੀ ਗੱਲ ਕਰੀਏ ਤਾਂ ਉਹਦੀ ਪ੍ਰਾਈਸ ਡਰੋਪ ਵੀ ਹੁੰਦੀ ਹੈ ਔਰ ਸਲੋ ਡਾਊਨ ਵੀ ਹੁੰਦੀ ਹੈ। ਪਰ ਇਹ ਜਿਹੜਾ ਇੰਟਰਸਟ ਰੇਟ ਹੈ $700 $800 ਘਰਾਂ ਦੀ ਪੇਮੈਂਟ ਵਧਾ ਦਿੱਤੀ ਗਈ ਹੈ, ਇਹ ਬਹੁਤ ਹੀ ਗਲਤ ਹੈ। ਜੇ ਕੋਈ ਇਹ ਕਵੇ ਕਿ ਕਿਸੇ ਨੇ ਪ੍ਰੋਪਰਟੀਜ਼ ਜ਼ਿਆਦਾ ਲਈਆਂ ਜਾਂ ਪ੍ਰੋਪਰਟੀਜ਼ ਆ ਇਹਦੇ ਕੋਲ ਇਹਨਾਂ ਕੋਲ ਜ਼ਿਆਦਾ ਨੇ ਤਾਂ ਕਹਿੰਦੇ ਨੇ ਇਹਨਾਂ ਕੋਲ ਘੱਟ ਹੈ ਜਾਂ ਅਸੀਂ ਤਾਂ ਲੈਣਾ ਹੀ ਨਹੀਂ, ਇਹ ਸਭ ਤੁਸੀਂ ਆਪਾਂ ਨਹੀਂ ਵੀ ਘਰ ਲੈਂਦੇ। ਜੇ ਮੇਰੇ ਕੋਲ ਘਰ ਨਹੀਂ ਹੈ ਤਾਂ ਮੈਂ ਰੈਂਟ 'ਤੇ ਰਹਿ ਰਿਹਾ। ਸੋ ਆਮ ਬੰਦੇ ਦੀ ਜੇ ਪਰਿਭਾਸ਼ਾ ਦੇ ਵਿੱਚ ਗੱਲ ਕਰੀਏ ਤਾਂ ਰੀਅਲ ਸਟੇਟ ਇਜ਼ ਦ ਬੈਸਟ ਐਂਡ ਆਲਵੇਜ਼ ਗੁੱਡ ਇਨਵੈਸਟਮੈਂਟ। ਇਹਦੇ ਵਿੱਚ ਕੋਈ ਫੈਕਟ ਨਹੀਂ, ਆਪਾਂ ਜਿੰਨੀ ਮਰਜ਼ੀ ਬਹਿਸ ਕਰੀ ਜਾਈਏ, ਜਿੰਨਾ ਮਰਜ਼ੀ ਰੌਲਾ ਪਾਈ ਜਾਈਏ, ਇਹ ਇੱਕ ਬੈਸਟ ਇਨਵੈਸਟਮੈਂਟ ਹੈ ਇਨ ਦ ਲੌਂਗ ਰਨ, ਜਿਹਦੇ ਥਰੂ ਇੱਕ ਆਮ ਆਦਮੀ ਸੇਵਿੰਗ ਕਰ ਸਕਦਾ। ਉਸ ਤੋਂ ਬਾਅਦ ਆਉਂਦੇ ਨੇ ਆਪਣੇ TFSA ਦੇ ਥਰੂ ਸੇਵਿੰਗ ਕਰਨੀ, ਜਾਂ ਜਦੋਂ ਆਪਾਂ ਇਸ ਤੋਂ ਅੱਗੇ ਚੱਲਦੇ ਹਾਂ। ਔਰ ਇਸ ਤਰ੍ਹਾਂ ਦੀ ਇਹਨੂੰ ਕੋਈ ਵੀ ਡਿਨਾਈ ਨਹੀਂ ਕਰ ਸਕਦਾ ਕਿ ਰੀਅਲ ਸਟੇਟ ਜਾਂ ਪ੍ਰੋਪਰਟੀ ਲੈਣਾ ਜਾਂ ਜ਼ਮੀਨ ਜਿਹੜਾ ਘਰ ਲੈਣਾ ਉਹ ਕੋਈ ਮਾੜੀ ਜਾਂ ਗੱਲ ਹੈ। ਸੋ ਇਸ ਕਰਕੇ ਇਹਦੇ ਵਿੱਚ ਜਿਹੜੇ ਲੋਕਾਂ ਨੇ ਵੇਰੀਏਬਲ ਰੇਟ 'ਤੇ ਮੋਰਗੇਜ ਲਈ ਹੈ, ਜਾਂ ਇਹਦੇ ਵਿੱਚ ਇੱਕ ਹੋਰ ਅਹਿਮ ਸਵਾਲ ਆਉਂਦਾ ਹੈ ਕਿ ਜਦੋਂ ਪਿਛਲੇ ਸਾਲ ਓਨਟਾਰੀਓ ਦੇ ਵਿੱਚ 2-2, 3-3, 4-4 ਲੱਖ ਪ੍ਰਾਈਸਿਸ ਵੱਧ ਰਹੀਆਂ ਸੀ, BC ਵਿੱਚ ਵੱਧ ਰਹੀਆਂ ਸੀ, ਉਦੋਂ ਸਰਕਾਰ 1 ਸਾਲ
ਪਤਾ ਨਹੀਂ ਲੱਗਾ ਕਿ ਘਰਾਂ ਦੀ ਪ੍ਰਾਈਸ ਇੰਨੀ ਵੱਧ ਗਈ ਹੈ। 2015 ਤੋਂ ਉੱਥੇ ਪ੍ਰਾਈਸ ਵਧਣੀ ਸ਼ੁਰੂ ਹੋਈ ਸੀ ਔਰ ਇੰਟਰਸਟ ਰੇਟ 25 ਸੈਂਟ ਚੱਲਦਾ ਰਿਹਾ। ਹੁਣ ਆਪਾਂ ਇੰਨਾ ਜ਼ਿਆਦਾ ਜਾਗ ਪਏ ਹਾਂ, ਇੰਨੇ ਜ਼ਿਆਦਾ ਸੁਚੇਤ ਹੋ ਗਏ ਹਾਂ ਕਿ ਆਪਾਂ ਪੂਰਾ ਇੱਕ ਮਹੀਨਾ ਨਹੀਂ ਲੰਘਣ ਦਿੰਦੇ, 50 ਸੈਂਟ ਫਿਰ ਵਧਾ ਦਿੰਦੇ ਯਾਰ, ਚੱਕ ਲਈਦੇ ਹੈ ਨਾ। ਸੋ ਬਹੁਤ ਇੰਨੀ ਜ਼ਿਆਦਾ ਫਿਕਰ ਜਿਹੜੀ ਹੈ ਇਹਨੂੰ ਇਕੱਲੇ ਇੰਟਰਸਟ ਰੇਟ 'ਤੇ ਨਾ ਕੀਤੀ ਜਾਵੇ। ਮੇਰੇ ਹਿਸਾਬ ਨਾਲ ਬਾਕੀ ਜਿਹੜੇ ਫੈਕਟਰ ਨੇ, ਕੁਆਲੀਫਿਕੇਸ਼ਨ, ਸਟ੍ਰੈਸ ਟੈਸਟ, ਅਮੋਰਟਾਈਜੇਸ਼ਨ ਜਾਂ ਟੈਕਸਿਸ ਔਨ ਇਨਵੈਸਟਮੈਂਟ ਪ੍ਰੋਪਰਟੀਜ਼, ਉਹਨਾਂ ਬਾਰੇ ਜੇ ਕਾਨੂੰਨ ਬਣਾ ਕੇ ਇਹਨੂੰ ਕੰਟਰੋਲ 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਇੱਕ ਬੈਟਰ ਵਰਜਨ ਹੋਏਗਾ ਜੀ। ਤੇ ਸਰਕਾਰ ਕਹਿੰਦੀ ਹੈ ਕਿ ਅਮਰੀਕਾ ਵੀ, ਆਸਟ੍ਰੇਲੀਆ ਵੀ ਰੇਟ ਵਧਾ ਰਹੇ ਨੇ ਤਾਂ ਇਹ ਬੈਸਟ ਪਾਲਿਸੀ ਹੈ ਇਨਫਲੇਸ਼ਨ ਨੂੰ ਕੰਟਰੋਲ ਕਰਨ ਲਈ। ਤੁਹਾਡਾ ਕੀ ਕਹਿਣਾ ਜੀ? ਦੇਖੋ ਜੀ, ਇਹ ਅਮਰੀਕਾ ਤੇ ਬਹੁਤ ਕੁਛ ਕਰਦਾ ਹੈ ਨਾ, ਇਹ ਕੋਈ ਲੌਜੀਕਲ ਪੁਆਇੰਟ ਨਹੀਂ ਹੈ। ਨਿਊਜ਼ ਵਿੱਚ ਵੀ ਆ ਜਾਂਦਾ ਹੈ ਜੀ ਕਿ ਆਸਟ੍ਰੇਲੀਆ ਨੇ, ਫਲਾਨੀ ਕੰਟਰੀ ਨੇ 50 ਬਿਪਸ ਵਧਾ ਦਿੱਤੇ ਨੇ, ਅਮਰੀਕਾ ਨੇ ਵਧਾ ਦਿੱਤੇ ਨੇ। ਇਹ ਮੈਨੂੰ ਤਾਂ ਸਮਝ ਨਹੀਂ ਆਉਂਦਾ ਕਿ ਇਹਨਾਂ ਗੱਲਾਂ ਨਾਲ ਸਾਡਾ ਕੀ ਲੈਣ ਦੇਣਾ। ਉੱਥੇ ਬਹੁਤ ਸਾਰੀਆਂ ਫੈਸਿਲਿਟੀਆਂ ਮਿਲਦੀਆਂ ਨੇ ਲੋਕਾਂ ਨੂੰ। ਹਰ ਕੰਟਰੀ ਦੇ ਵਿੱਚ ਡਿਫਰੈਂਟ ਤਰ੍ਹਾਂ ਦਾ ਟਰੈਂਡ ਚੱਲ ਰਿਹਾ ਹੈ। ਉਹਨੂੰ ਆਪਾਂ ਕੰਪੇਅਰ ਨਹੀਂ ਕਰ ਸਕਦੇ। ਆਪਾਂ ਆਪਣੀ ਇਕੋਨਮੀ ਨੂੰ ਕਰਨਾ, ਜੇ ਆਪਾਂ ਚਾਹੁੰਦੇ ਹਾਂ ਕਿ ਇਹ ਕਲੀਅਰ ਵਰਜਨ ਹੋਵੇ ਤਾਂ ਉਹਦੀ ਡਿਟੇਲ ਐਕਸਪਲੇਨੇਸ਼ਨ ਦਿੱਤੀ ਜਾਵੇ ਕਿ ਇਹ ਕਿੱਦਾਂ ਵਰਕ ਕਰਦੀ ਹੈ, ਇਨਫਲੇਸ਼ਨ ਦੇ ਸਿਸਟਮ ਜਿਹੜੇ ਨੇ, ਔਰ ਇਹਦੇ ਵਿੱਚ ਹੋਰ ਜਿਹੜੀਆਂ ਚੀਜ਼ਾਂ ਨੇ, ਜਿਵੇਂ ਕਿ ਅਸੀਂ ਕਿਹੜੇ ਫੈਕਟਰ ਨੂੰ ਦੇਖ ਕੇ ਔਰ ਕਿੰਨਾ ਐਗਜ਼ੈਕਟਲੀ ਕੋਸਟ ਟੂ ਸ਼ੈਲਟਰ ਘਟੀ ਹੈ ਔਰ ਕਿੱਥੇ ਘਟੀ ਹੈ। ਮੇਰਾ ਤਾਂ ਮੇਨ ਸਵਾਲ ਇਹ ਹੈ, ਚਲੋ ਠੀਕ ਹੈ ਅਸੀਂ 25 ਸੈਂਟ ਤੋਂ 4.25 ਕਰ ਦਿੱਤਾ ਓਵਰਨਾਈਟ ਰੇਟ, ਪਰ ਉਹਦੇ ਨਾਲ ਪੇਮੈਂਟ ਕਿਹੜੀ ਘਟੀ ਹੈ? ਰੈਂਟ ਦੀ, ਮੋਰਗੇਜ ਦੀ। ਕਿਉਂਕਿ ਜਦੋਂ ਅਸੀਂ ਘਰ ਲੈਂਦੇ ਹਾਂ, ਭਾਵੇਂ ਉਹ 2 ਲੱਖ ਦਾ ਹੈ, ਭਾਵੇਂ ਉਹ 6 ਲੱਖ ਦਾ ਹੈ, ਉਹ ਤਾਂ CPI ਦੇ ਵਿੱਚ ਅਕਾਊਂਟੇਬਲ ਹੀ ਨਹੀਂ। ਕਾਊਂਟੇਬਲ ਹੈ ਮੰਥਲੀ ਪੇਮੈਂਟ, ਕਿ ਅਸੀਂ ਪਰ ਮੰਥ ਕਿੰਨਾ ਖਰਚਾ ਕਰਦੇ ਹਾਂ ਆਪਣੇ ਰਹਿਣ 'ਤੇ। ਜੀ ਜੀ। ਤਾਂ ਉਹਦੇ ਨਾਲ ਇਹ ਮੈਂ ਆਪਣੇ ਘਰ ਦੀ, ਜਾਂ ਤੁਸੀਂ ਆਪਣੇ ਘਰ ਦੀ ਪੇਮੈਂਟ 2000 ਦੀ ਜਗ੍ਹਾ 2700 ਦੇਣ ਲੱਗ ਪੈਣਗੇ ਤਾਂ ਉਹ CPI ਹੈ ਉਹ ਘਟੂਗੀ ਕਿੱਦਾਂ? ਮੈਂ ਪ੍ਰਾਈਸ ਇੰਡੈਕਸ ਕਿਵੇਂ ਫਰਕ ਪਿਆ? ਪ੍ਰਾਈਸ ਇੰਡੈਕਸ ਦੇ ਵਿੱਚ ਕਿਵੇਂ ਫਰਕ ਪਿਆ ਉਹਨੂੰ ਬਾਰੇ ਆਪਾਂ ਡਿਟੇਲ ਵਿੱਚ ਵੀ ਗੱਲ ਮੈਂ ਤੁਹਾਨੂੰ ਦੱਸ ਸਕਦਾ ਹਾਂ। ਪਰ ਇਹਦੇ ਵਿੱਚ ਜਿਹੜਾ ਆ ਹਜੇ ਅਮਰੀਕਾ ਔਰ ਆਸਟ੍ਰੇਲੀਆ ਦੀ ਜਿਹੜੀ ਆਪਾਂ ਗੱਲ ਕੀਤੀ ਹੈ, ਮੇਰੇ ਹਿਸਾਬ ਨਾਲ ਤਾਂ ਇਹ ਕੋਈ ਲੌਜੀਕਲ ਗੱਲਾਂ ਨਹੀਂ ਹੈ, ਸਿਰਫ ਐਕਸਕਿਊਜ਼ਿਸ ਨੇ। 2-4 ਵੱਡੇ ਜਿਹੇ ਸ਼ਬਦ ਬੋਲ ਦਿਓ, ਭਾਰੀ ਭਰਕਮ ਜੇ, ਤੇ ਕਹਿ ਦਿਓ ਜੀ ਅਸੀਂ ਤਾਂ ਇਸ ਕਰਕੇ ਇੱਦਾਂ ਕਰ ਰਹੇ ਹਾਂ। ਪਰ ਇਹਨਾਂ ਦੇ ਕੋਈ ਆਪਸ ਵਿੱਚ ਕੁਛ ਵੀ ਕਨੈਕਸ਼ਨ ਨਹੀਂ ਹੈ। ਅਸੀਂ ਆਪਣੇ ਕੰਟਰੀ ਨੂੰ ਜੇ ਰਿਸੈਸ਼ਨ ਤੋਂ ਬਚਾਉਣਾ ਹੈ, ਸਾਨੂੰ ਇੱਥੇ ਚੁੱਪ ਰਹਿਣ ਦੀ ਲੋੜ ਨਹੀਂ, ਸਾਨੂੰ ਇਹਦੇ ਉੱਤੇ ਧਿਆਨ ਦੇਣ ਦੀ ਔਰ ਬੋਲਣ ਦੀ ਬਹੁਤ ਜ਼ਿਆਦਾ ਲੋੜ ਹੈ। ਅਤੇ ਲੋਕ ਇਸ ਸਮਿਆਂ ਵਿੱਚ ਜਿਹੜੇ ਘਰ ਹੁਣ ਲੈਣਾ ਚਾਹੁੰਦੇ ਨੇ, ਉਹਨਾਂ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ ਜੀ? ਮੈਂ ਇਸ ਵੇਲੇ ਜ਼ਰੂਰ ਸੁਜੈਸਟ ਕਰਾਂਗਾ, ਕਿਉਂਕਿ ਜਿਹੜੇ ਪ੍ਰਾਈਸ ਦਾ ਡਿਫਰੈਂਸ ਹੈ ਇਸ ਵੇਲੇ ਬੈਂਕਾਂ ਦਾ ਤਾਂ ਲੈਂਡਰਸ ਦਾ, ਲੈਂਡਰਸ ਦਾ, ਜਿਹੜੇ ਪ੍ਰਾਈਮ ਲੈਂਡਰਸ ਨੇ, ਉਹਨਾਂ ਦਾ ਕਾਫੀ ਜ਼ਿਆਦਾ ਡਿਫਰੈਂਸ ਆ ਗਿਆ। ਅਪ ਟੂ 50 ਸੈਂਟ ਦਾ ਡਿਫਰੈਂਸ ਆ ਗਿਆ। ਸੋ ਜੇ ਤੁਸੀਂ ਘਰ ਦੇਖ ਰਹੇ ਹੋ ਜਾਂ ਆਪਣੀ ਮੋਰਗੇਜ ਦੇਖ ਰਹੇ ਹੋ ਤਾਂ ਉਹਦੇ ਵਿੱਚ 20 ਤੋਂ 30 ਹਜ਼ਾਰ ਤੁਹਾਡਾ ਵੱਧ ਅਪਰੂਵਲ ਹੋ ਸਕਦਾ। ਤੁਸੀਂ ਜਿੱਥੇ ਬੈਂਕ ਨਾਲ ਸੰਪਰਕ ਕਰਦੇ ਹੋ ਉੱਥੇ ਬ੍ਰੋਕਰ ਨਾਲ ਵੀ ਜ਼ਰੂਰ ਸੰਪਰਕ ਕਰੋ। ਹੋਰ ਵੀ ਕਾਫੀ ਆਪਸ਼ਨਸ ਨੇ ਜਿਹੜੀਆਂ ਬੈਂਕਾਂ ਤੋਂ ਬਾਹਰ ਅਵੇਲੇਬਲ ਨੇ, ਤਾਂ ਜੋ ਤੁਸੀਂ ਆਪਣੀ ਮਨਪਸੰਦ ਦਾ ਘਰ ਲੈ ਜਾਓ। ਬਹੁਤ ਹੀ ਇੰਪੋਰਟੈਂਟ ਹੈ ਸਮਝਣਾ। ਅੱਜ ਮੈਂ ਆਪਣੇ ਮਨ ਨੂੰ ਸਮਝਾ ਕੇ ਅਪਾਰਟਮੈਂਟ ਖਰੀਦ ਲਈ, 2 ਸਾਲਾਂ ਨੂੰ ਇੰਟਰਸਟ ਰੇਟ ਘੱਟ ਗਿਆ, ਪ੍ਰਾਈਸਾਂ ਵਧਣ ਲੱਗ ਪਈਆਂ। ਮੈਂ ਕਿਹਾ ਨਹੀਂ ਜੀ ਅਪਾਰਟਮੈਂਟ ਨਹੀਂ, ਮੈਂ ਘਰ ਲੈਣਾ। ਅਪਾਰਟਮੈਂਟ ਨੂੰ ਵੇਚਣ ਦਾ 10-15 ਹਜ਼ਾਰ ਦਾ ਖਰਚਾ ਹੈ, ਉਹ ਵੀ ਤਾਂ ਇੱਕ ਤਰ੍ਹਾਂ ਕੋਸਟ ਦੇ ਵਿੱਚ ਆ ਜਾਣਾ। ਸੋ ਇਸ ਕਰਕੇ ਜੇ ਆਪਾਂ ਨੂੰ ਥੋੜ੍ਹੇ ਜਿਹੇ ਡਿਫਰੈਂਸ ਦੇ ਨਾਲ ਆਪਾਂ ਘਰ ਉਹੀ ਲੈਣਾ ਚਾਹੀਦਾ। ਮੈਂ ਅੱਗੇ ਵੀ ਪਹਿਲਾਂ ਕਿਹਾ, ਜਿਹਦੇ ਵਿੱਚ ਆਪਾਂ 5 ਤੋਂ 10 ਸਾਲ ਰਹਿ ਸਕੀਏ। ਆਪਾਂ ਜਿੰਨੀ ਵਾਰ ਉਹਨੂੰ ਚੇਂਜ ਕਰਾਂਗੇ ਇਟਸ ਵੈਰੀ ਐਕਸਪੈਂਸਿਵ, ਉਹਦੇ ਵਿੱਚ ਬਹੁਤ ਜ਼ਿਆਦਾ ਕੋਸਟ ਹੈ। ਸੋ ਉਹਦੇ ਤੋਂ ਬਚਣ ਲਈ ਸਾਨੂੰ ਇਸ ਵੇਲੇ ਤਾਂ ਬਹੁਤ, ਕਿਉਂਕਿ ਪਹਿਲਾਂ ਹੁੰਦਾ ਸੀਗਾ 10 ਸੈਂਟ 15 ਸੈਂਟ ਦਾ ਫਰਕ, ਉਹਦੇ ਨਾਲ ਸਾਨੂੰ ਜ਼ਿਆਦਾ ਮਹਿਸੂਸ ਨਹੀਂ ਹੁੰਦਾ ਸੀ ਕਿ ਅਸੀਂ ਕਹਿੰਦੇ ਸੀ ਅਸੀਂ ਬੈਂਕ ਤੋਂ ਹੀ ਮੋਰਗੇਜ ਲੈਣੀ, ਈਜ਼ੀ ਟੂ ਟਾਕ ਟੂ, ਵੀ ਕੈਨ ਵਾਕ ਇਨ, ਹੈ ਨਾ। ਪਰ ਹੁਣ ਜਿਹੜਾ ਡਿਫਰੈਂਸ ਆ ਉਹ ਅਪ ਟੂ 50-60 ਸੈਂਟਸ ਦਾ ਪੈ ਗਿਆ ਆ। ਸੋ ਅਸੀਂ ਉਹੀ, ਜੇ ਕਿਉਂਕਿ ਜਿਹੜੇ ਕੁਛ ਹੋਰ ਕਮਿਊਨਿਟੀਜ਼ ਨੇ ਉਹ ਨਹੀਂ ਪਰਵਾਹ ਕਰਦੇ,
ਦੇ ਗੋ ਸਪੈਸੀਫਿਕਲੀ ਕਿ ਮੈਨੂੰ ਇੱਧਰੋਂ ਘੱਟ ਵਿਆਜ ਮਿਲੇਗਾ ਜਾਂ ਇੱਧਰੋਂ ਮਿਲੇਗਾ, ਮੇਰੀ ਮੰਥਲੀ ਪੇਮੈਂਟ ਕਿੰਨੀ ਹੋਊਗੀ, ਮੈਨੂੰ $50 ਤੋਂ $100 ਬਚ ਰਿਹਾ। ਪਰ ਅਸੀਂ ਸਮਹਾਉ ਪਤਾ ਨਹੀਂ ਕਿਹੜੀਆਂ ਗੱਲਾਂ ਕਰਕੇ ਪਰ ਸਾਨੂੰ ਚੰਗਾ ਲੱਗਦਾ ਕਿ ਸਾਡੀ ਬੈਂਕ ਨਾਲ ਹੀ ਮੋਰਗੇਜ ਹੋਵੇ, ਔਰ ਜਿਹਦੇ ਵਿੱਚ ਕਈ ਬੈਨੀਫਿਟਸ ਵੀ ਨੇ। ਪਰ ਫਿਰ ਵੀ ਜੇ ਤੁਹਾਡੀ ਮੋਰਗੇਜ ਜਾਂ ਤੁਹਾਡੇ ਘਰ ਲੈਣ ਦੇ ਵਿੱਚ ਉਸ ਸਹੂਲੀਅਤ ਮਿਲ ਰਹੀ ਹੈ ਤਾਂ ਉਹਦੇ ਵਿੱਚ ਆਪਾਂ ਨੂੰ ਕੋਈ ਵੀ ਐਸੀ ਚੀਜ਼ ਮੈਂ ਤਾਂ ਅੱਜ ਤੱਕ ਆਪਣੇ 10-12 ਸਾਲ ਦੇ ਕੈਰੀਅਰ 'ਚ ਨਹੀਂ ਦੇਖੀ ਕਿ ਜਿਹੜੀ ਲੈਂਡਰ ਜਾਂ ਬੈਂਕ ਦੇ ਵਿੱਚ ਕੋਈ ਜ਼ਿਆਦਾ ਡਿਫਰੈਂਸ ਹੋਵੇ, ਬਲਕਿ ਬੈਨੀਫਿਟ ਹੀ ਜ਼ਿਆਦਾ ਹੁੰਦੇ ਨੇ। ਠੀਕ ਹੈ, ਔਨਲਾਈਨ ਵਰਜਨ ਹੈ, ਪਰ ਜੇ ਉਹ ਤੁਹਾਨੂੰ ਹੈਲਪ ਕਰਦਾ ਤਾਂ ਜ਼ਰੂਰ ਉਸ ਨੂੰ ਡਿਸਕਸ ਕਰੋ, ਔਰ ਆਪਣੀ ਜਿਹੜੇ ਉਸ ਤਰ੍ਹਾਂ ਦਾ ਘਰ ਜਾਂ ਮੋਰਗੇਜ ਲੈਣ ਲਈ ਤੁਸੀਂ ਇਸ ਤਰ੍ਹਾਂ ਆਪਣੇ ਅਪਰੂਵਲ ਦੇ ਵਿੱਚ ਡਿਫਰੈਂਸ ਲਿਆ ਸਕਦੇ ਹੋ। ਤੇ ਇਨਫਲੇਸ਼ਨ ਵਿੱਚ ਘਰਾਂ ਦੀ ਪ੍ਰਾਈਸ ਇੰਟਰਸਟ ਰੇਟ ਨਾਲ ਫਰਕ ਕੀ ਹੈ, ਕਿਸ ਤਰ੍ਹਾਂ ਇਹ ਵਰਕ ਕਰਦਾ ਜੀ, ਇਹ ਵੀ ਸਾਨੂੰ ਦੱਸੋ। ਇਹ ਬਹੁਤ ਵਧੀਆ ਗੱਲ ਹੈ ਜਿਹੜੀ ਆਪਾਂ ਇਨਫਲੇਸ਼ਨ ਦੀ ਗੱਲ ਕੀਤੀ। ਸਟੈਟਸ ਕੈਨੇਡਾ ਦੀ ਜੇ ਆਪਾਂ ਵੈਬਸਾਈਟ ਦੇ ਉੱਤੇ ਜਾਈਏ, ਉਹਦੇ ਉੱਤੇ ਆਪਾਂ ਨੂੰ CPI ਇੰਡੈਕਸ ਇੱਕ ਚਾਰਟ ਮਿਲਦਾ। ਉਹਨੂੰ 8 ਕੈਟੇਗਰੀ ਦੇ ਵਿੱਚ ਵੰਡਿਆ ਗਿਆ ਹੈ, ਜਿਵੇਂ ਕਿ ਫੂਡ ਦੀ ਹੋ ਗਈ, ਸ਼ੈਲਟਰ ਦੀ ਹੋ ਗਈ। ਅੱਜ ਜਿਹਦੇ ਬੇਸ ਦੇ ਉੱਤੇ ਪ੍ਰਾਈਸਿਸ ਵਧਾਈਆਂ ਜਾ ਰਹੀਆਂ ਨੇ, ਜਿਹੜਾ ਕਿ 15 ਅਕਤੂਬਰ ਨੂੰ ਅਨਾਊਂਸ ਕੀਤਾ ਸੀ, ਜੇ ਆਪਾਂ 1 ਮਹੀਨੇ ਦੇ ਵਿੱਚ ਦੇਖੀਏ ਤਾਂ ਕਿਹਾ ਜਾਂਦਾ ਜੀ ਇਨਫਲੇਸ਼ਨ ਇਜ਼ 6.9। ਇਟ ਹੈਜ਼ ਡਿਕਰੀਜ਼ ਫਰੋਮ 7+ ਟੂ ਬਿਲੋ 7 ਹੈ ਨਾ। ਮੈਂ ਬੜਾ ਹੈਰਾਨ ਹੁੰਦਾ। ਪਰ ਜੇ ਆਪਾਂ ਉਸ ਇੰਡੈਕਸ ਦੇ ਜਿਹੜੇ ਡਿਫਰੈਂਟ 8-10 ਵਰਜਨ ਨੇ ਉਹਨਾਂ ਨੂੰ ਦੇਖੀਏ ਤਾਂ ਜਿਹੜੀ ਟਰਾਂਸਪੋਰਟੇਸ਼ਨ ਹੈ ਉਹ 9.5 'ਤੇ ਹੈ। ਇਹ ਆਪਾਂ ਨਹੀਂ ਕਹਿ ਰਹੇ, ਕੋਈ ਨਹੀਂ ਕਹਿ ਰਿਹਾ, ਇਹ ਉਹਨਾਂ ਗੌਰਮੈਂਟ ਦਾ ਹੀ ਸਟੈਟਸ ਕੈਨੇਡਾ ਦਾ ਚਾਰਟ ਕਰਿਆ। ਅੱਜ 50 ਬਿਪਸ ਵਧਾਤੇ ਗਏ ਪੇਮੈਂਟ, ਤੁਸੀਂ ਮੋਰਗੇਜ ਪੇਮੈਂਟ ਵੱਧ ਕਰੋ। ਉਹਦੇ ਨਾਲ ਇਕੱਲੀ ਮੋਰਗੇਜ ਪੇਮੈਂਟ ਨਹੀਂ, ਬਿਜ਼ਨਸਿਸ ਦਾ ਲੋਨ ਵੀ ਵੱਧ ਗਿਆ। ਬਿਜ਼ਨਸਿਸ ਨੇ ਜਿਹੜਾ ਨਵੇਂ ਖੋਲ੍ਹਣੇ ਸੀਗੇ ਉਹ ਵੀ ਬੰਦ ਹੋ ਗਏ। ਬਹੁਤ ਸਾਰੇ ਇਫੈਕਟ ਹੋਏ, ਆਪਾਂ ਵਾਰ-ਵਾਰ ਗੱਲ ਕਰ ਚੁੱਕੇ ਉਹਨਾਂ 'ਤੇ। ਫੂਡ ਜਿਹੜਾ ਉਹ 10.1 ਹੈ। ਸਟੈਟਸ ਕੈਨੇਡਾ ਕਹਿੰਦੀ ਹੈ ਕਿ ਜਿਹੜਾ ਫੂਡ ਹੈ ਉਹ 10.1 ਹੈ ਫਰੋਮ ਅਕਤੂਬਰ 2021 ਟੂ ਅਕਤੂਬਰ 2022 ਦੇ ਵਿੱਚ। ਇਹਦੇ ਵਿੱਚ ਜਿਹੜਾ ਕਿੰਨਾ ਕੁ ਸਹੀ ਹੈ ਕਿੰਨਾ ਨਹੀਂ ਹੈ, ਇਹਨੂੰ ਕਿੱਦਾਂ ਵਰਕ ਕਰਦਾ, ਇਹਨੂੰ ਚਾਰਟ ਨੂੰ ਆਪਾਂ ਕਿੱਦਾਂ ਰੀਡ ਕਰਦੇ ਹਾਂ ਕਿ ਅਸੀਂ ਜਿਹੜਾ ਬੇਸ ਈਅਰ ਹੈ ਗੌਰਮੈਂਟ ਨੇ ਉਹ 2002 ਲਿਆ। ਸੋ 2002 'ਚੋਂ ਕਹਿੰਦੇ ਜੇ $100 ਸੀ ਇੱਕ ਮਹੀਨਾ ਘਰ 'ਚ ਰਹਿਣ ਦੀ ਕੋਸਟ, ਇਸ ਵੇਲੇ $166 ਹੋ ਗਈ। ਸੋ ਮਤਲਬ ਜਿੱਥੋਂ ਤੱਕ ਮੈਨੂੰ ਪਤਾ ਹੈ ਕਿ 2002 ਨਾਲੋਂ ਪ੍ਰਾਈਸਿਸ ਤੇ ਬਹੁਤ ਜ਼ਿਆਦਾ ਵੱਧ ਗਈਆਂ ਨੇ ਜੀ। ਘਰਾਂ ਦੀਆਂ ਵੀ ਜੇ ਘਰਾਂ ਦੀ ਪ੍ਰਾਈਸ ਇਹਨੂੰ ਸਿਰਫ ਇਫੈਕਟ ਕਰਦੀ ਹੈ, ਜੇ ਘਰਾਂ ਦੀ ਪ੍ਰਾਈਸ ਨੂੰ ਅਸੀਂ ਕਹਿੰਦੇ ਹਾਂ ਕਿ ਜਦੋਂ ਘਰ ਕੈਲਗਰੀ ਦੇ ਵਿੱਚ 2002 ਦੇ ਵਿੱਚ ਜਿਹੜੇ ਬਿਲਡਰ ਸੀ ਬ੍ਰੈਂਡ ਨਿਊ ਫਰੰਟ ਗਰਾਜ ਘਰ 1900 ਸਕੁਅਰ ਫੀਟ 2.5 ਲੱਖ ਦਾ ਦਿੰਦੇ ਸੀ, ਉਹ ਅੱਜ ਮੈਨੂੰ ਤਾਂ ਲੱਗਦਾ 5.5 ਤੋਂ ਉੱਪਰ ਹੈ, 6 ਤੋਂ ਉੱਪਰ ਹੈ। ਸੋ ਉਹ ਜੇ ਉਦੋਂ 101.66 ਹੋ ਗਈ ਹੈ, ਮਤਲਬ ਕਿ 1.5 ਗੁਣਾ ਵਧੀ ਨਹੀਂ ਹੈ ਕੀਮਤ ਕਈ ਗੁਣਾ ਵੱਧ ਗਈ, 2.5 ਗੁਣਾ ਤੋਂ ਉੱਪਰ ਚੱਲ ਗਈ। ਸੋ ਘਰ ਦੀ ਪ੍ਰਾਈਸ ਤਾਂ CPI ਇੰਡੈਕਸ ਜਿਹੜੀ ਇਨਫਲੇਸ਼ਨ ਜਿਹੜੀ 6.9 ਹੋ ਗਿਆ, 7.1 ਹੋ ਗਿਆ, ਜਿਹੜੀ ਰੇਸ ਚੱਲ ਰਹੀ, ਜਿਹੜੀ ਕੈਲਕੂਲੇਸ਼ਨ ਚੱਲ ਰਹੀ, ਉਹਨਾਂ ਦਾ ਆਪਸ ਵਿੱਚ ਕੋਈ ਲੈਣ ਦੇਣ ਨਹੀਂ ਹੈ। ਜੇ ਆਪਾਂ ਇਸ ਇੰਡੈਕਸ ਦੇ ਉੱਪਰ ਸਪੈਸੀਫਿਕਲੀ ਸ਼ੈਲਟਰ ਦੇ ਵਿੱਚ ਜਾਂਦੇ ਹਾਂ, ਮੈਂ ਇਹਦੇ ਵਿੱਚ ਹੋਰ ਮੈਂਸ਼ਨ ਕਰ ਦਿਆਂ ਕਿ ਸਾਰਿਆਂ ਨਾਲੋਂ ਜ਼ਿਆਦਾ ਜਿਹੜਾ ਇੰਪੈਕਟ ਇਸ ਵੇਲੇ ਐਨਰਜੀ ਪਾ ਰਹੀ ਹੈ 16.2। ਇਹਨਾਂ ਚੀਜ਼ਾਂ ਨੂੰ ਜਿਹੜੀਆਂ ਨੋਨ ਡਿਊਰੇਬਲ ਗੁੱਡਸ ਨੇ ਉਹ 10.6 ਦੇ ਉੱਤੇ ਨੇ। ਇਹਦੇ ਵਿੱਚ ਜਿਹੜੀਆਂ ਚੀਜ਼ਾਂ 6.9 ਨੂੰ ਜਦੋਂ ਵੀ ਆਪਾਂ ਕਿਸੇ ਚੀਜ਼ ਨੂੰ ਐਵਰੇਜ ਕਰਨਾ, ਆਲ ਆਈਟਮਸ ਨੂੰ ਐਵਰੇਜ ਕਰਨਾ 6.9 ਨੂੰ, ਤਾਂ ਉਹ ਜਿਹੜੀਆਂ 6.9 ਤੋਂ ਉੱਪਰ ਨੇ ਸਾਰਿਆਂ ਨਾਲੋਂ ਪਹਿਲਾਂ ਉਹਨਾਂ ਨੂੰ ਥੱਲੇ ਲਿਆਉਂਦੀ ਆ। ਜਿਹੜੇ 에ਅਰਫੇਅਰਸ ਹੈ ਉਹ 8.9% ਵੱਧ ਚੁੱਕਿਆ ਹੈ ਪਿਛਲੇ ਮਹੀਨੇ ਨਾਲ। ਸੋ ਜੇ ਆਪਾਂ ਇਹਦੇ ਵਿੱਚ ਸਿਰਫ ਸ਼ੈਲਟਰ ਦੀ ਗੱਲ ਕਰਦੇ ਹਾਂ, ਜਿਵੇਂ ਕਿ ਕੀ ਸ਼ੈਲਟਰ ਕੋਸਟ ਕਿਵੇਂ ਕੈਲਕੂਲੇਟ ਕੀਤੀ ਜਾਂਦੀ, ਸੋ ਉਹਦੇ ਵੀ 7-8 ਫੈਕਟਰ ਨੇ ਸ਼ੈਲਟਰ ਕੋਸਟ ਦੇ, ਜਿਨ੍ਹਾਂ ਵਿੱਚੋਂ ਮੇਜਰ ਹੈ ਕਿ ਰੈਂਟ ਕਿੰਨਾ ਦੇਣਾ ਪੈ ਰਿਹਾ ਪਰ ਮੰਥ, ਮੋਰਗੇਜ ਇੰਟਰਸਟ ਪੇਮੈਂਟ ਕਿੰਨੀ ਦੇ ਰਿਹਾ ਬੰਦਾ, ਔਰ ਜਿਹੜੀ ਹੈ ਹੋਰ ਚੀਜ਼ਾਂ ਜਿਹੜੀਆਂ ਰਿਪਲੇਸਮੈਂਟ ਕੋਸਟ ਕਿੰਨੀ ਹੈ। ਜੇ ਮੈਂ ਆਪਣਾ ਘਰ ਛੱਡ ਕੇ ਕਿਤੇ ਰੈਂਟ 'ਤੇ ਰਹਿੰਦਾ ਹਾਂ ਜਾਂ ਕਿਸੇ ਹੋਰ ਉਹਨੂੰ ਰਿਪਲੇਸ ਕਰਦਾ ਹਾਂ, ਸੋ ਉਹਨੂੰ ਉਹ ਕਿੱਦਾਂ ਮੈਨੂੰ ਫੈਕਟਰ ਕਰੂ। ਚਲੋ ਮੰਨ ਲਓ ਕੋਈ ਬੰਦਾ ਵੱਡੇ ਘਰ 'ਚ ਰਹਿੰਦਾ, ਜੇ ਉਹ ਆਮ ਰੈਗੂਲਰ ਐਸ ਪਰ ਰਿਕੁਆਇਰਮੈਂਟ 1 ਜਾਂ 2 ਬੈਡਰੂਮ ਦੇ ਘਰ ਵਿੱਚ ਰਹਿੰਦਾ ਆ ਜਾਂ 3 ਬੈਡਰੂਮ ਦੇ ਘਰ 'ਚ ਰਹਿੰਦਾ, ਤਾਂ ਉਹਨੂੰ ਉਹ ਰਿਪਲੇਸਮੈਂਟ ਕੋਸਟ ਉਹਦੀ ਜਿਹੜੀ ਲਿਵਿੰਗ ਆ ਉਹਨੂੰ ਸਾਰੀਆਂ ਚੀਜ਼ਾਂ ਨੂੰ ਇੰਨੀ ਡਿਟੇਲ 'ਚ ਫੈਕਟਰ ਕੀਤਾ ਜਾਂਦਾ। ਔਰ ਉਹਦੇ ਵਿੱਚ ਮੋਰਗੇਜ ਇੰਟਰਸਟ ਪੇਮੈਂਟ ਜਿਹੜੀ ਆ ਪਿਛਲੇ ਮਹੀਨੇ ਤੋਂ 11.9% ਵਧੀ ਆ। ਸੋ ਵਿਆਜ ਦੇਣ ਨਾਲ ਜਦੋਂ ਸਾਡੀ ਪੇਮੈਂਟ ਵੱਧਦੀ ਆ, ਉਹਦੇ ਨਾਲ ਇਹ ਜਿਹੜੀ 6.9 ਰੇਸ਼ੋ ਬਾਰ-ਬਾਰ ਰਿਪੀਟ ਕੀਤੀ ਜਾਂਦੀ ਆ, ਇਹ ਵੀ ਵੱਧਦੀ ਆ। ਇਹ ਕਿਤੇ ਨਵਾਂ ਨਹੀਂ ਲਿਖਿਆ ਹੋਇਆ।
ਸਟੈਟਸ ਕੈਨੇਡਾ ਦੀ ਵੈਬਸਾਈਟ ਦੇ ਉੱਤੇ ਲਿਖਿਆ ਕਿ ਸ਼ੈਲਟਰ ਕਾਸਟ ਜਿਹੜੀ ਆ ਉਹਦੇ ਵਿੱਚ ਜਦੋਂ ਮੋਰਗੇਜ ਪੇਮੈਂਟ ਵੱਧਦੀ ਆ ਤਾਂ ਉਹ ਉਹਨੂੰ ਇੰਪੈਕਟ ਕਰਦੀ ਆ, ਔਰ ਇਸ ਵੇਲੇ 11.9 ਪਿਛਲੇ ਮਹੀਨੇ ਨਾਲੋਂ ਉਹ ਵੱਧ ਚੁੱਕੀ ਆ। ਸੋ ਜੇ ਉਹ ਇਹਦਾ ਮਤਲਬ ਇੰਟਰਸਟ ਨਾ ਵਧੇ, ਮੋਰਗੇਜ ਪੇਮੈਂਟ ਨਾ ਵਧੇ, ਫਿਰ ਉਹਦੇ ਵਿੱਚ ਕੀ ਹੈ, ਉਹਦਾ ਜਿਹੜਾ ਕੁਆਲੀਫਿਕੇਸ਼ਨ, ਜਿਹੜਾ ਉਹਦਾ ਸਿਸਟਮ ਹੈ ਜਾਂ ਉਹਦਾ ਜਿਹੜੇ ਉਹ ਆਪਾਂ ਉਹਨੂੰ ਫੈਕਟਰ ਨੂੰ ਕੈਲਕੂਲੇਟ ਕਰਦੇ ਹਾਂ। ਜੇ ਉਹ ਪੇਮੈਂਟ ਜਿਹੜੀ ਲੋਕਾਂ ਦੀ 2200 ਸੀ ਅੱਜ 3300 ਹੋ ਗਈ ਹੈ, ਜੇ ਉਹ 2200 ਤੇ ਰਵੇ ਤਾਂ ਇਨਫਲੇਸ਼ਨ ਫਿਰ ਵੀ ਘਟੇ। ਸੋ ਇਹ ਦੋਨੋਂ ਗੱਲਾਂ ਆਪਸ ਵਿੱਚ ਕਿਸੇ ਤਰੀਕੇ ਰਿਲੇਟ ਨਹੀਂ ਕਰਦੀਆਂ। ਉਹਦੇ ਵਿੱਚ ਸਾਰਿਆਂ ਨਾਲੋਂ ਮੇਜਰ ਫੈਕਟਰ ਇਹ ਹੈ ਕਿ ਸਟਰੈਸ ਟੈਸਟ ਲਿਆ ਜਾਂਦਾ। 5.25 ਸਟਰੈਸ ਟੈਸਟ ਸੀ। ਮੇਰੇ ਜਿੰਨੇ ਕਲਾਇੰਟਸ ਨੇ ਜਾਂ ਮੇਰੇ ਤੋਂ ਬਾਹਰ ਵੀ ਕੈਨੇਡਾ ਦੇ ਵਿੱਚ ਜਿੰਨੇ ਲੋਕਾਂ ਨੇ ਘਰ ਲਏ, ਉਹਨਾਂ ਨੇ 3, 3.25, 2.5% ਇੰਟਰਸਟ ਰੇਟ ਤੇ 5.25 ਤੇ ਕੁਆਲੀਫਾਈ ਕੀਤਾ। ਅੱਜ ਇੰਟਰਸਟ ਰੇਟ ਹੋ ਗਿਆ 5.5। ਹੁਣ ਮੈਂ ਤਾਂ ਕੁਆਲੀਫਾਈ ਨਹੀਂ ਕੀਤਾ 5.25 ਲਈ। ਕਿੱਦਾਂ ਗੌਰਮੈਂਟ ਐਕਸਪੈਕਟ ਕਰ ਸਕਦੀ ਹੈ ਕਿ ਮੈਂ 5.5 ਜਾਂ 6 ਦੇਵਾਂ? ਚਲੋ ਸਟਰੈਸ ਟੈਸਟ ਰੱਖੋ, ਫਿਰ ਸਟਰੈਸ ਟੈਸਟ ਨੂੰ ਕੈਪ ਕਰ ਦਿਓ ਕਿ ਤੁਸੀਂ ਅੱਜ 3% ਤੇ ਮੋਰਗੇਜ ਲੈ ਲਈ ਹੈ, ਅਸੀਂ ਤੁਹਾਡਾ ਸਟਰੈਸ ਟੈਸਟ ਵੈਰੀਫਾਈ ਕਰ ਲਿਆ ਹੈ। ਸਟਰੈਸ ਟੈਸਟ ਵੈਰੀਫਾਈ ਕਰਨ ਦਾ ਮਤਲਬ ਹੈ ਕਿ ਕੱਲ੍ਹ ਨੂੰ ਜਾ ਕੇ ਕੋਈ ਬੰਦਾ ਕੋਰਟ 'ਚ ਕਹਿੰਦਾ ਹੈ ਕਿ ਮੈਨੂੰ ਜਿਹੜੀ ਇਹ ਮੇਰੀ ਪੇਮੈਂਟ ਹੈ ਇਹ ਵੱਧ ਗਈ ਹੈ ਜਾਂ ਮੈਂ ਇਹਨੂੰ ਅਫੋਰਡ ਨਹੀਂ ਕਰ ਸਕਦਾ। ਬੈਂਕ ਨੇ ਤਾਂ ਜੀ ਮੈਨੂੰ ਚੱਕ ਕੇ ਲੋਨ ਦੇ ਦਿੱਤੇ ਔਰ ਮੈਂ ਤਾਂ ਇਹਨੂੰ ਅਫੋਰਡ ਹੀ ਨਹੀਂ ਕਰ ਸਕਦਾ ਇੰਨੀ ਪੇਮੈਂਟ ਨੂੰ। ਸੋ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਸੀ। ਸੋ ਉਸ ਵਿੱਚ ਬੈਂਕ ਕੋਰਟ ਜਿਹੜੀ ਹੈ ਉਹਨੂੰ ਇਹ ਨਹੀਂ ਕਹਿ ਸਕਦੀ ਫੋਰਸਫੁਲੀ ਕਿ ਤੂੰ ਪੇਮੈਂਟ ਦਿਓ। ਸੋ ਉਹ ਚੀਜ਼ ਇੱਕ ਖ਼ਤਮ ਕਰ ਸਕਦੀ ਹੈ। ਸੋ ਇਸੇ ਕਰਕੇ ਸਟਰੈਸ ਟੈਸਟ ਰੱਖਿਆ ਗਿਆ ਜਾਂ ਹੋਰ ਚੀਜ਼ਾਂ ਰੱਖੀਆਂ ਗਈਆਂ ਤਾਂ ਜੋ ਪੇਮੈਂਟ ਵੱਧ ਜਾਂਦੀ ਹੈ ਜਾਂ ਕੁਛ ਵੀ ਇਸ ਤਰ੍ਹਾਂ ਦਾ ਸਾਨੂੰ ਇਨਕਮ ਦੇ ਵਿੱਚ ਵਾਧਾ ਜਾਂ ਘਾਟਾ ਦੇਖਣ ਨੂੰ ਮਿਲਦਾ ਹੈ ਤਾਂ ਉਹਨੂੰ ਅਸੀਂ ਕਰ ਸਕੀਏ, ਪੇਮੈਂਟ ਨੂੰ ਕਰ ਸਕੀਏ। ਮੇਰੇ ਖਿਆਲ ਨਾਲ ਜੇ ਅੱਜ ਲੋਕ ਉੱਠ ਕੇ ਇਸ ਚੀਜ਼ ਨੂੰ ਇੱਕ ਹੋ ਕੇ ਕਹਿੰਦੇ, ਪਤਾ ਨਹੀਂ ਰੌਲਾ ਕਿੱਧਰੋਂ ਬਣ ਜਾਂਦਾ ਕਿ ਸਿਰਫ ਇਨਵੈਸਟਰਾਂ ਦੀ ਪ੍ਰੋਬਲਮ ਹੈ। ਇਨਵੈਸਟਰ ਤੇ ਬਹੁਤ ਅੱਗੇ ਨੇ। ਜੀ ਉਹਦੇ 8-8 10-10 ਘਰ ਲੈ ਕੇ ਬੈਠੇ ਨੇ। ਉਹਨਾਂ ਵੱਲੋਂ 10 ਸਾਲ ਵੀ ਘਰ ਨਾ ਵਿਕਣਗੇ, ਉਹਨਾਂ ਨੂੰ ਕੋਈ ਫਰਕ ਨਹੀਂ ਹੈ। ਫਰਕ ਹੈ ਫਸਟ ਟਾਈਮ ਹੋਮ ਬਾਇਰ ਨੂੰ, ਫਰਕ ਹੈ ਰੈਂਟ 'ਤੇ ਰਹਿਣ ਵਾਲੇ ਨੂੰ, ਫਰਕ ਹੈ ਜਿਹਨੇ ਪਹਿਲਾ ਘਰ ਖਰੀਦਿਆ ਸੀ ਹਜੇ 2 ਸਾਲ ਪਹਿਲਾਂ, ਅੱਜ ਉਹਨੂੰ ਚਿੱਠੀ ਆ ਜਾਂਦੀ ਹਰ ਮਹੀਨੇ ਮੇਲ ਦੇ ਵਿੱਚ ਕਿ ਹੋਰ $200 ਔਰ 200 ਨਹੀਂ, ਹੁਣ ਤੇ ਆਲਮੋਸਟ $1000 ਦਾ ਡਿਫਰੈਂਸ ਪੈ ਚੁੱਕਿਆ। ਬਿਲਕੁਲ ਠੀਕ ਹੈ ਗੱਲ। ਸੋ ਉਹ ਮੇਰੇ ਸਟਰੈਸ ਟੈਸਟ ਤੋਂ ਵੀ ਇਹ ਸਵਾਲ ਮੇਰੇ ਕਲਾਇੰਟ ਨੇ ਮੈਨੂੰ ਪੁੱਛਿਆ ਸੀ ਕਿ ਮੇਰੇ ਤਾਂ ਸਟਰੈਸ ਟੈਸਟ ਤੋਂ ਵੀ ਉੱਪਰ ਚਲੇ ਗਿਆ ਮੇਰਾ ਰੇਟ। ਤੇ ਇਹ ਬੈਂਕ ਮੈਨੂੰ ਦੱਸੂਗੀ ਕਿ ਉਹ ਕਿਸ ਹਿਸਾਬ ਦੇ ਨਾਲ ਜਾਂ ਕਿਸ ਲੈਵਲ 'ਤੇ ਉਹ ਚਲੇ ਜਾਏਗਾ। ਨਹੀਂ ਜੀ, ਅਸੀਂ ਇਨਫਲੇਸ਼ਨ ਨੂੰ ਅੱਜ ਵੀ ਸਵੇਰੇ ਜਿਹੜੀ ਅਨਾਊਂਸਮੈਂਟ ਉਹ 'ਚ ਕਿਹਾ ਕਿ ਇਨਫਲੇਸ਼ਨ ਅਜੇ ਥੱਲੇ ਆ ਰਹੀ ਹੈ, ਅਸੀਂ 3% 'ਤੇ ਲਿਆਉਣਾ ਚਾਹੁੰਦੇ। ਪਰ ਜਿਹੜੀਆਂ ਚੀਜ਼ਾਂ ਏਅਰਫੇਅਰਸ, ਟਰਾਂਸਪੋਰਟੇਸ਼ਨ ਔਰ ਹੋਰ ਜਿਹੜੀਆਂ ਚੀਜ਼ਾਂ 11% 16% ਇਨਫਲੇਸ਼ਨ 'ਤੇ ਫਰਕ ਪਾ ਰਹੀਆਂ, ਉਹਨਾਂ ਲਈ ਆਪਾਂ ਕੀ ਕਰ ਰਹੇ? ਬਿਲਕੁਲ ਠੀਕ ਹੈ ਗੱਲ ਜੀ। ਸੋ ਇਸ ਕਰਕੇ ਇਹਨੂੰ ਡਿਟੇਲ 'ਚ ਪੜ੍ਹਨ ਲਈ ਆਪਾਂ ਨੂੰ ਸਟੈਟਸ ਕੈਨੇਡਾ ਦੀ ਵੈਬਸਾਈਟ 'ਤੇ ਜਾ ਸਕਦੇ ਹਾਂ, CPI ਇੰਡੈਕਸ ਨੂੰ ਪੜ੍ਹ ਸਕਦੇ ਹਾਂ ਔਰ ਇਹਦੇ ਬਾਰੇ ਜ਼ਰੂਰ ਆਪਣੇ MLS ਔਰ MP ਔਰ ਜਾਂ ਜਿੰਨੇ ਵੀ ਸਾਡੇ ਰੈਪਰੈਜ਼ੈਂਟ ਨੇ ਉਹਨਾਂ ਦੇ ਕੋਲ ਅਸੀਂ ਲੈਟਰ ਪਾ ਕੇ ਤਕੀਦ ਕਰ ਸਕਦੇ। ਤੇ ਅਖੀਰ 'ਚ ਕੀ ਕਹਿਣਾ ਚਾਹੋਗੇ ਸਰ? ਅਖੀਰ 'ਚ ਸਰ ਜੀ ਅਖੀਰ ਵਿੱਚ ਹੁਣ ਕੀ ਕਹੀਏ ਜੀ, ਬਿਜ਼ਨਸ ਕਾਫੀ ਜਿਹੜੇ ਸਲੋ ਡਾਊਨ ਹੋ ਰਹੇ ਨੇ ਔਰ ਇਹਦੇ ਨਾਲ ਸਿਰਫ ਨਾ ਕਿ ਇਕੱਲੀ ਮੋਰਗੇਜ ਪੇਮੈਂਟ ਜਾਂ ਰੈਲਟਰ ਜਾਂ ਹਾਊਸਿੰਗ ਸੈਕਟਰ ਨੂੰ ਫਰਕ ਪੈ ਰਿਹਾ, ਪਰ ਹੋਰ ਸਾਰੇ ਜਿੱਦਾਂ ਮੈਂ ਪਰਸਨਲੀ ਮੈਂ 10 ਤੋਂ $15,000 ਆਪਣੀ ਐਡਵਰਟਾਈਜ਼ਮੈਂਟ ਦੇ ਵਿੱਚ ਕੱਟ ਕੀਤਾ ਪਰ ਮੰਥ। ਸੋ ਐਡਵਰਟਾਈਜ਼ਮੈਂਟ ਕੰਪਨੀਆਂ ਜਾਂ ਹੋਰਾਂ ਨੂੰ ਵੀ ਫਰਕ ਪੈ ਰਿਹਾ। ਇਸੇ ਤਰ੍ਹਾਂ ਦੂਸਰੇ ਬਿਜ਼ਨਸ ਸੇਫਵੇ ਜਾਂ ਸੁਪਰ ਸਟੋਰ ਆਪਣੇ ਕਾਫੀ ਜ਼ਿਆਦਾ ਕਟੌਤੀਆਂ ਕਰ ਰਹੇ ਨੇ, ਆਪਣੇ ਇੰਪਲੋਇਮੈਂਟਸ ਦੇ ਵਿੱਚ ਕਟੌਤੀਆਂ ਕਰ ਰਹੇ ਨੇ। ਇਹ ਰਿਸੈਸ਼ਨ ਨੂੰ ਕਵਰ ਕਰਨ ਲਈ ਸਾਨੂੰ 10 ਸਾਲ ਲੱਗ ਜਾਣੇ ਨੇ ਜੇ ਅਸੀਂ ਇੱਕ ਬੇਬੁਨਿਆਦ ਗੱਲ ਉੱਤੇ ਵਿਸ਼ਵਾਸ ਕਰਕੇ ਮੰਨਦੇ ਰਹੇ ਕਿ ਸਾਡੇ ਘਰਾਂ ਦੀਆਂ ਕੀਮਤਾਂ ਘਟਾਉਣ ਲਈ ਜਿਹੜੀ $2200 ਪੇਮੈਂਟ ਹੈ ਉਹ ਅੱਜ 3.5 ਲੱਖ ਦੇ ਘਰ ਦੀ ਬਣਦੀ ਹੈ, ਜਿਹੜੀ ਕਿ ਪਹਿਲਾਂ 5 ਲੱਖ ਦੇ ਘਰ ਦੀ ਬਣਦੀ ਸੀ। ਕੀ ਘਰ 5 ਲੱਖ ਤੋਂ 3.5 ਲੱਖ ਦਾ ਹੋ ਗਿਆ? ਮੈਨੂੰ ਨਹੀਂ ਲੱਗਦਾ। ਹਾਂ ਫਰਕ ਪਿਆ 10,000 20,000 50,000 ਦਾ, ਪਰ ਉਸ 5 ਲੱਖ ਦਾ ਘਰ 3.5 ਦਾ ਨਹੀਂ ਹੋਇਆ। ਔਰ ਜੇ ਇਸੇ ਤਰ੍ਹਾਂ ਇੰਟਰਸਟ ਰੇਟ ਵੱਧਦੇ ਰਹੇ ਉਹ ਘਰ ਕੀ ਸਾਨੂੰ ਕੱਲ੍ਹ ਨੂੰ 2.5 ਲੱਖ 'ਚ ਮਿਲੇਗਾ? ਬਿਲਕੁਲ ਠੀਕ ਹੈ। ਉਦੋਂ ਪਰ ਮੰਥ ਪੇਮੈਂਟ ਜਿਹੜੀ ਆ ਉਹੀ ਐਕਚੁਅਲ ਕੋਸਟ ਹੈ। ਤੁਸੀਂ ਭਾਵੇਂ ਮਿਲੀਅਨ ਦਾ ਘਰ ਲੈ ਲਓ, ਜੇ ਤੁਹਾਡੀ ਪੇਮੈਂਟ 2,000 ਹੈ ਆਪਣੀ ਜੇਬ 'ਚੋਂ ਤਾਂ ਪੇਮੈਂਟ ਜਾਣੀ ਹੈ ਨਾ। ਸੋ ਆਲ ਇਟ ਕੈਲਕੂਲੇਟਸ ਇਜ਼ ਦਾ ਪੇਮੈਂਟ। ਬਿਲਕੁਲ ਠੀਕ ਹੈ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਨਾਲ ਸ਼ਾਮਲ ਹੋਣ ਲਈ। ਧੰਨਵਾਦ ਜੀ। ਥੈਂਕ ਯੂ ਰਿਸ਼ੀ ਜੀ, ਥੈਂਕ ਯੂ।